ਆਪ ਲਿਹੋ ਤੁਮ ਕਥਾ ਸੁਧਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਸ ਅਸਾੜ ਪ੍ਰਵਿਰਤਿਓ ਜਗ ਮਹਿ, ਇਕ ਦਿਨ ਸ਼੍ਰੀ ਪ੍ਰਭ ਚੜੇ ਸ਼ਿਕਾਰ। ਵਰਨ ਸੁਪੈਦ ਤਰੰਗਮ ਕੋਸ਼ਬ, ਜਿਮ ਰਵ ਬਾਹਨ ਸੁਬਤ ਉਧਾਰ। ਜਾਮਾਗਰ ਅਬਿਰਾਮ ਚਨ ਚੀਨ, ਬਹੁ ਸੂਖਮ ਸੂਤ ਦਿਪਹਿ ਤਨ ਚਾਰ। ਸਿਰ ਉਸ਼ਨੀਕ ਨੀਕ ਬਿਦ ਬੰਦਨ, ਹੀਰੇ ਸਵੇਤ ਜਗਾਤ ਤਿਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਅਤਿਅੰਤ ਵਡਭਾਗੇ ਹੋ। ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਸੁਰਤੀ ਜੋੜੀਏ। ਆਪਾਂ ਸਰਵਣ ਕਰ ਰਹੇ ਹਾਂ। ਇੱਕ ਪਾਸੇ ਪੈਂਦੇ ਖਾਨ ਜੰਗ ਦੀਆਂ ਤਿਆਰੀਆਂ ਕਰ ਰਿਹਾ ਹੈ। ਬਾਦਸ਼ਾਹ ਕੋਲੋਂ ਕਾਲੇ ਖਾਂ ਅਤੇ ਕੁਤਬ ਖਾਂ ਦੀ ਫੌਜ ਲੈ ਕੇ ਜਲੰਧਰ ਪਹੁੰਚ ਗਿਆ ਹੈ ਔਰ ਇੱਥੇ ਜਲੰਧਰ ਵਿੱਚ ਫੌਜਾਂ ਦੀ ਛਾਉਣੀ ਪੈ ਗਈ ਹੈ। ਲਗਭਗ 70-80 ਹਜ਼ਾਰ ਫੌਜ ਇਕੱਠੀ ਹੋ ਗਈ। 50,000 ਤਾਂ ਕਾਲੇ ਖਾਂ ਦੀ ਪਸ਼ਾਵਰ ਦੀ ਫੌਜ ਸੀ ਔਰ ਬਾਕੀ ਫੌਜਾਂ ਕੁਤਬ ਖਾਂ ਦੀਆਂ, ਪੈਂਦੇ ਖਾਂ ਦੀਆਂ, ਉਸਮਾਨ ਖਾਂ ਦੀਆਂ ਅਤੇ ਖੋਜਾ ਅਨਵਰ ਖਾਂ ਦੀਆਂ ਇਕੱਠੀਆਂ ਹੋ ਕੇ ਇਹ ਜਲੰਧਰ ਦੇ ਲਾਗੇ ਛਾਉਣੀਆਂ ਪਾ ਕੇ ਬੈਠੇ ਨੇ। ਗੁਰੂ ਸਾਹਿਬ 'ਤੇ ਹਮਲਾ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਨੇ। ਉੱਧਰੋਂ ਗੁਰੂ ਸਾਹਿਬ ਦਾ ਜੋ ਬਚਨ ਛੋਟੇ ਮੀਰ ਪਿੰਡ ਵਾਸਤੇ ਨਿਕਲਿਆ ਸੀ ਕਿ ਛੋਟਾ ਮੀਰ ਰਸਾਤਲ ਗਮਨਾ, ਇਹ ਨਰਕਾਂ ਨੂੰ ਜਾਏਗਾ, ਉਹ ਬਚਨ ਵੀ ਆਪਾਂ ਕੱਲ੍ਹ ਪਿਛਲੇ ਪ੍ਰਕਰਣਾਂ ਵਿੱਚ ਕਥਾ ਵਿਸਥਾਰ ਨਾਲ ਸਰਵਣ ਕਰ ਚੁੱਕੇ ਹਾਂ। ਬੇਪਰਵਾਹ ਸਤਿਗੁਰੂ, ਮੀਰੀ ਪੀਰੀ ਦੇ ਮਾਲਕ ਸਤਿਗੁਰੂ, ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਸਤਿਗੁਰਾਂ ਦੇ ਚਰਨਾਂ 'ਚ ਆਪਣੀ ਸੁਰਤੀ ਨੂੰ ਇਕਾਗਰ ਕਰੀਏ। ਕਥਾ ਦਾ ਆਨੰਦ ਮਾਣੀਏ। ਪ੍ਰੇਮ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਸ ਅਸਾੜ ਪ੍ਰਵਿਰਤਿਓ ਜਗ ਮਹਿ। ਜਦੋਂ ਹਾੜ ਦਾ ਮਹੀਨਾ ਚੜ੍ਹਿਆ ਹੈ, ਅਸਾੜ ਦਾ ਮਹੀਨਾ ਪ੍ਰਗਟ ਹੋਇਆ ਸੰਸਾਰ ਦੇ ਵਿੱਚ, ਯਾਨੀ ਆ ਜੂਨ ਜੁਲਾਈ ਦੀ ਗਰਮੀ ਪੈ ਰਹੀ ਹੈ। ਇੱਕ ਦਿਨ ਸ਼੍ਰੀ ਪ੍ਰਭ ਚੜੇ ਸ਼ਿਕਾਰ। ਇੱਕ ਦਿਨ ਮਹਾਰਾਜ ਛੇਵੇਂ ਪਾਤਸ਼ਾਹ ਜੀ ਸ਼ਿਕਾਰ ਨੂੰ ਚੜ੍ਹੇ ਹਨ। ਵਰਨ ਸਪੈਦ ਤਰੰਗਮ ਕੋਸ਼ਬ, ਸੋਹਣੇ ਚਿੱਟੇ ਰੰਗ ਦਾ ਸੋਹਣਾ ਸੁੰਦਰ ਸਪੈਦ ਘੋੜਾ ਹੈ। ਜਿਮ ਰਬ ਬਾਹਨ ਸੁਬਤ ਉਦਾਰ। ਐਡਾ ਸੋਹਣਾ ਘੋੜਾ ਕਹਿੰਦੇ ਜਿਵੇਂ ਸੂਰਜ ਦਾ ਘੋੜਾ ਸੋਭਦਾ ਹੋਵੇ, ਇਹਦਾ ਮਹਾਰਾਜ ਛੇਵੇਂ ਪਾਤਸ਼ਾਹ ਦਾ ਘੋੜਾ ਸੋਭਾ ਪਾਉਂਦਾ ਹੈ। ਜਾਮਾਗਰ ਅਬਿਰਾਮ ਚੀਨ, ਕਹਿੰਦੇ ਜਾਮਾਗਰ ਅਬਰਾਮ ਚੀਨ, ਬਹੁਤ ਬਰੀਕ ਕੱਪੜੇ ਦਾ, ਕਿਉਂਕਿ ਗਰਮੀ ਦੇ ਦਿਨ ਹੋਣ ਕਰਕੇ ਇਹੋ ਜਿਹਾ ਸੁੰਦਰ ਵਸਤਰ ਮਹਾਰਾਜ ਨੇ ਪਹਿਨਿਆ ਜਿਹਦੇ ਵਿੱਚੋਂ ਸਰੀਰ ਵੀ ਦਿਸਦਾ ਹੈ। ਬਹੁਤ ਬਰੀਕ ਕੱਪੜੇ ਦਾ ਚੋਲਾ ਪਹਿਨਿਆ ਹੈ। ਸੂਖਮ ਸੂਤ ਦਿਪਹਿ ਤਨ ਚਾਰ। ਸੂਖਸ਼ਮ ਬਰੀਕ ਧਾਗਾ ਸੂਤਰ ਕੱਤ ਕੇ ਤੇ ਕਿਸੇ ਨੇ ਉਹ ਕੱਪੜੇ ਦੀ ਬੁਣਾਈ ਕੀਤੀ ਹੈ। ਉਹਨਾਂ ਦਿਨਾਂ ਵਿੱਚ ਕੱਪੜਾ ਬਹੁਤ ਮੁਸ਼ਕਲ ਮਿਲਦਾ ਸੀ, ਕਿਉਂਕਿ ਹੱਥਾਂ ਨਾਲ ਕੱਤਣਾ ਪੈਂਦਾ ਸੀ। ਸੂਤਰ ਕੱਤ ਕੇ ਬਰੀਕ, ਫਿਰ ਪੇਂਜਿਆਂ ਕੋਲੋਂ ਜਾਂ ਜਿਹੜੇ ਕੱਪੜਾ ਬੁਣਨ ਵਾਲੇ ਹਨ ਜੁਲਾਹੇ, ਉਹਨਾਂ ਕੋਲੋਂ ਇਹ ਬਣਵਾਈ ਕਰਾਈ ਜਾਂਦੀ ਸੀ। ਬਰੀਕ ਕੱਪੜੇ ਦਾ ਸਤਿਗੁਰੂ ਜੀ ਨੇ ਚੋਲਾ ਪਹਿਨਿਆ ਹੈ। ਸਿਰ ਉਸ਼ਨੀਕ ਨੀਕ ਬਿਦ ਬੰਦਨ, ਔਰ ਸਿਰ ਦੇ ਉੱਤੇ ਦਸਤਾਰ ਵੀ ਚੰਗੀ ਤਰ੍ਹਾਂ ਬੜੀ ਸੋਹਣੀ ਸੁੰਦਰ ਸਜਾਈ ਹੈ। ਹੀਰੇ ਸਵੇਤ ਜਗਾਤ ਤਿਕਾਰ। ਹੀਰੇ ਚਿੱਟੇ ਰੰਗ ਦੇ ਵਿੱਚ ਜਿਗਾ ਕਰਗੀ 'ਚ ਸ਼ੋਭਦੇ ਹਨ। ਸਤਿਗੁਰੂ ਜੀ ਦੀ ਦਸਤਾਰ ਦੇ ਉੱਤੇ ਮੱਥੇ ਤੇ ਕਰਗੀ ਲੱਗੀ ਹੈ ਛੇਵੇਂ ਪਾਤਸ਼ਾਹ ਦੇ। ਮੁਕਤਾ ਗੋਲ ਮੋਲ ਬਹੁ ਜਿਨ ਕੋ, ਕਹਿੰਦੇ ਜਿਨ੍ਹਾਂ 'ਚ ਗੋਲ ਗੋਲ ਮੋਤੀ ਬਹੁਤ ਕੀਮਤੀ ਪਾਏ ਹੋਏ ਹਨ। ਉੱਜਲ ਮਾਲਾ ਦਿਪਤ ਵਿਸਾਲ, ਉਹ ਮਾਲਾ ਗਲ ਵਿੱਚ ਪਾਈ ਹੋਈ ਦੂਰੋਂ ਮੋਤੀਆਂ ਦੀ ਮਾਲਾ ਲਿਸ਼ਕਦੀ ਹੈ। ਬਾਜ਼ ਸੁਪੈਦ ਹਾਥ ਪਰ ਬੈਠਿਓ, ਉਹ ਚਿੱਟੇ ਰੰਗ ਦਾ ਬਾਜ ਸੱਚੇ ਪਾਤਸ਼ਾਹ ਦੇ ਹੱਥ ਤੇ ਬੈਠਾ ਹੈ। ਸੁਪੈਦ ਬਾਜ ਮਨਹੁ ਮਾਨਸਰ ਆਏ ਮਰਾਲ, ਇੱਦਾਂ ਲੱਗਦਾ ਜਿਵੇਂ ਮਾਨ ਸਰੋਵਰ ਦਾ ਹੰਸ ਹੀ ਆ ਕੇ ਸਤਿਗੁਰਾਂ ਦੇ ਹੱਥ ਤੇ ਬੈਠ ਗਿਆ ਹੋਵੇ।
ਚੰਦ ਕੁੰਦ ਮਾਨਿੰਦ ਸੁਦਾਨ ਹੈ। ਸਾਧ ਸੰਗਤ ਜੀ, ਮਹਾਰਾਜ ਦੇ ਘੋੜੇ ਦੀ ਸੁੰਦਰਤਾ ਕਿਆ ਬਾਤ ਹੈ। ਕਹਿੰਦੇ ਨਾ ਤਾਂ ਉਹਦੇ ਬਰਾਬਰ ਚੰਦਰਮਾ ਦੀ ਸੁੰਦਰਤਾ ਹੈ, ਤੇ ਨਾ ਅੰਮ੍ਰਿਤਬਾਨ ਦੇ ਫੁੱਲ ਦੀ ਸੁੰਦਰਤਾ ਹੈ, ਤੇ ਨਾ ਹੀ ਅੰਮ੍ਰਿਤ ਉਹਨਾਂ ਚਿੱਟਾ ਹੈ। ਸਾਜਤ ਸਵੇਤਤਾ ਇਸ ਬਿਦ ਨਾਲ। ਇਸ ਤਰ੍ਹਾਂ ਚਿੱਟਾ ਹੀ ਘੋੜਾ, ਚਿੱਟੀ ਦਸਤਾਰ, ਚਿੱਟਾ ਹੀ ਚੋਲਾ, ਚਿੱਟੀ ਹੀ ਕਲਗੀ ਦੇ ਮੋਤੀ, ਤੇ ਮਹਾਰਾਜ ਮਾਨੋ ਚਿੱਟੇ ਹੀ ਚਿੱਟੇ ਹਨ। ਸਵੇਤਤਾ ਉਹਨਾਂ ਦੀ ਸਰੀਰ ਦੀ ਸਫੈਦੀ ਦੂਰੋਂ ਹੀ ਝਲਕਾ ਮਾਰਦੀ ਹੈ। ਸ਼੍ਰੀ ਗੁਰ ਦਿੱਤਾ ਅਗਰ ਸਿਧਾਵਤ। ਮਹਾਰਾਜ ਦਾ ਵੱਡਾ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਅੱਗੇ ਘੋੜੇ ਤੇ ਚੜਿਆ ਜਾ ਰਿਹਾ ਹੈ, ਵਿਧੀ ਚੰਦ ਗੁਰ ਪਾਛੈ ਚਾਲ। ਤੇ ਬਾਬਾ ਬਿਧੀ ਚੰਦ ਸਤਿਗੁਰਾਂ ਦੇ ਪਿੱਛੇ ਪਿੱਛੇ ਚਲੇ ਜਾਂਦੇ ਹਨ। ਬੰਕੇ ਵੀਰ ਬ੍ਰਿੰਦ ਬਲਵੰਤੇ। ਬੜੇ ਬੜੇ ਵੀਰ, ਬਾਂਕੇ, ਗੱਭਰੂ, ਛੈਲ ਛਬੀਲੇ, ਨੌਜਵਾਨ ਸਿੱਖ ਘੋੜਿਆਂ ਤੇ ਚੜੇ ਹੋਏ, ਹੱਥਾਂ ਵਿੱਚ ਬਰਛੀਆਂ, ਤੀਰ ਕਮਾਨ, ਸ਼ਸਤਰ ਫੜੇ ਹੋਏ ਜਾ ਰਹੇ ਨੇ। ਬਾਹੋ ਵਿਸਾਲ ਚੜੇ ਬਾਜ਼ੀਨ। ਘੋੜਿਆਂ ਤੇ ਚੜੇ ਨੇ ਬਹੁਤ, ਜਿਨ੍ਹਾਂ ਦੀਆਂ ਬਾਹਾਂ ਵਿੱਚ ਬਲ ਹੈ, ਬੜੀ ਜਿਨ੍ਹਾਂ ਦੀ ਸ਼ਕਤੀ ਹੈ, ਅਸੀਮ ਸ਼ਕਤੀ ਵਾਲੇ ਸੂਰਮੇ ਬਹੁਤ ਬਲੀ ਘੋੜਿਆਂ ਤੇ ਸਵਾਰ ਹਨ। ਬਾਨ ਕਮਾਨ ਤਫੰਗ ਸੰਭਾਰਤ। ਹੱਥਾਂ ਵਿੱਚ ਤੀਰ ਕਮਾਨ, ਬਰਛੇ, ਬੰਦੂਕਾਂ ਫੜੀਆਂ ਹੋਈਆਂ ਨੇ। ਪੀਛੇ ਗਮਹਿ ਵੀਰ ਰਸ ਭੀਨ। ਵੀਰ ਰਸ ਭਿੱਜੇ ਸੂਰਮੇ ਯੋਧੇ, ਗੁਰੂ ਦੇ ਸਿਪਾਹੀ ਪਿੱਛੇ ਪਿੱਛੇ ਸ਼ਿਕਾਰ ਖੇਡਦੇ ਜਾ ਰਹੇ ਨੇ। ਸ਼੍ਰੀ ਹਰਿ ਗੋਬਿੰਦ ਬਾਗ ਗਹੀ ਕਰ। ਗੁਰੂ ਹਰਗੋਬਿੰਦ ਸਾਹਿਬ ਆਪਣੇ ਹੱਥ ਵਿੱਚ ਘੋੜੇ ਦੀਆਂ ਵਾਗਾਂ ਫੜੀਆਂ ਹੋਈਆਂ ਨੇ। ਸੁੰਦਰ ਸ਼ਬਦ ਤੁਰੰਗਮ ਪੀਨ। ਘੋੜੇ ਤੇ ਬੜੇ ਹੀ ਸੋਹਣੇ ਲੱਗਦੇ, ਬਹੁਤ ਹੀ, ਘੋੜਾ ਵੀ ਬੜਾ ਸੋਹਣਾ, ਉਹਦੀ ਚਾਲ ਵੀ ਬੜੀ ਸੋਹਣੀ, ਸਿਖਾਇਆ ਹੋਇਆ, ਤੇ ਮਹਾਰਾਜ ਦੇ ਵਸਤਰ ਵੀ ਚਿੱਟੇ ਰੰਗ ਦੇ ਪਹਿਨੇ ਹੋਏ, ਕਲਗੀ ਵੀ, ਮੋਤੀ ਵੀ, ਹੀਰੇ ਵੀ ਚਿੱਟੇ ਹਨ, ਤੇ ਮਾਲਾ ਗਲ ਵਿੱਚ ਮੋਤੀਆਂ ਦੀ ਉਹ ਵੀ ਚਿੱਟੀ ਹੈ। ਦੂਰੋਂ ਸਤਿਗੁਰੂ ਜੀ ਦਮਕਾ ਮਾਰਦੇ, ਬਹੁਤ ਹੀ ਸੋਹਣੇ ਲੱਗਦੇ ਹਨ। ਛੇਵੇਂ ਪਾਤਸ਼ਾਹ ਜੀ, ਜਨ ਐਰਾਵਤ ਬਤਸ ਚਪਲ ਅਤ। ਇੰਜ ਲੱਗਦਾ ਜਿਵੇਂ ਐਰਾਵਤ ਹਾਥੀ ਦਾ ਬੱਚਾ ਹੀ ਚੰਚਲ ਚਾਲ ਚੱਲਦਾ ਹੋਵੇ। ਕਹਿੰਦੇ ਆ ਜਦੋਂ ਦੇਵਤਿਆਂ ਨੇ ਤੇ ਦੈਂਤਾਂ ਨੇ ਰਲ ਕੇ ਸਮੁੰਦਰ ਰਿੜਕਿਆ ਸੀ, ਉਹਦੇ ਵਿੱਚੋਂ ਐਰਾਵਤ ਹਾਥੀ ਨਿਕਲਿਆ ਸੀ। ਉਸ ਐਰਾਵਤ ਹਾਥੀ ਦਾ ਬੱਚਾ ਹੀ ਮਾਨੋ ਇਹ ਘੋੜਾ ਬਣ ਕੇ ਤੁਰਿਆ ਫਿਰਦਾ ਹੈ ਸਤਿਗੁਰਾਂ ਦੇ ਥੱਲੇ। ਚਲਤ ਚਾਲ ਚੋਰਤ ਚਿਤ ਚੀਨ। ਹਾਥੀ ਵਾਲੀ ਸੋਹਣੀ ਚਾਲ ਚੱਲਦਾ ਹੈ ਘੋੜਾ, ਆਪਣੀ ਚਾਲ ਵਿੱਚ ਇਉਂ ਚੱਲਦਾ, ਚਿੱਤ ਨੂੰ ਚੁਰਾਈ ਜਾਂਦਾ। ਜਿਹੜਾ ਵੀ ਘੋੜੇ ਦੀ ਚਾਲ ਵੇਖਦਾ ਉਹਦਾ ਮਨ ਮੋਹਿਆ ਜਾਂਦਾ ਹੈ। ਮਨਹੁ ਦੁਗਧ ਕੋ ਉਦਤ ਮਥਨ ਕਰ। ਇੰਜ ਲੱਗਦਾ ਹੈ ਮਾਨੋ ਦੁੱਧ ਦਾ ਸਮੁੰਦਰ ਰਿੜ ਕੇ ਇਹ ਘੋੜਾ ਕੱਢਿਆ ਗਿਆ ਹੈ। ਸਾਰ ਸੇਤਤਾ ਲਈ ਨਿਕਸ। ਕਹਿੰਦੇ ਜਿਵੇਂ ਚਿੱਟੇ ਦੁੱਧ ਦੀ ਸਫੈਦੀ ਵਿੱਚੋਂ ਕੱਢ ਲਈ ਹੋਵੇ, ਜਿਵੇਂ ਦੁੱਧ ਦੇ ਵਿੱਚੋਂ ਮੱਖਣ ਚਿੱਟੇ ਰੰਗ ਦਾ ਕੱਢ ਲਈਦਾ ਨਾ, ਇੱਦਾਂ ਮਾਨੋ ਸਫੈਦੀ ਦਾ ਸਮੁੰਦਰ ਰਿੜਕ ਕੇ ਉਹਦੇ ਚੋਂ ਇਹ ਘੋੜਾ ਕੱਢਿਆ ਹੈ। ਕਮਲਾਸਨ ਇੱਕ ਚਿਤ ਹੋਏ ਸਿਰਜਿਓ। ਇਸ ਘੋੜੇ ਨੂੰ ਮਾਨੋ ਬ੍ਰਹਮਾ ਨੇ ਵਿਹਲੇ ਟਾਈਮ ਬਹਿ ਕੇ ਬੜੇ ਆਰਾਮ ਨਾਲ ਬਣਾਇਆ ਹੈ। ਇਹਨੂੰ ਕਮਲਾਸਨ ਨੇ, ਕਮਲ ਉੱਤੇ ਆਸਣ ਜਿਸ ਦਾ, ਉਹਨੂੰ ਬ੍ਰਹਮਾ ਕਹਿੰਦੇ ਹਨ। ਸੋ ਬ੍ਰਹਮਾ ਜੋ ਕਮਲ ਦੇ ਆਸਣ ਤੇ ਬੈਠਾ ਹੋਇਆ ਵਿਹਲੇ ਟਾਈਮ ਲੱਗਾ ਰਿਹਾ ਘੋੜੇ ਨੂੰ ਘੜਨ ਵਾਸਤੇ। ਅੰਗ ਅੰਗ ਕਰਕੇ ਨਿਰਜਾਸ। ਘੋੜੇ ਦਾ ਅੰਗ ਅੰਗ ਸੁੰਦਰ ਬਣਾਇਆ ਹੈ ਬ੍ਰਹਮਾ ਨੇ। ਮਨਹੁ ਕਾਮਕਾਰੀ ਗਰ ਕਰ ਸੋ। ਕਵੀ ਜੀ ਦੂਸਰੀ ਐਗਜ਼ੈਂਪਲ ਦਿੰਦੇ ਨੇ, ਕਹਿੰਦੇ ਮੰਨ ਲਓ ਮੈਨੂੰ ਇਦਾਂ ਲੱਗਦਾ ਹੈ, ਸਪੋਜ਼ ਕਰੋ ਵੀ ਕਾਮਦੇਵ ਨੇ ਕਾਰੀਗਰ ਬਣ ਕੇ ਨਾ ਆਪਣੇ ਹੱਥੀਂ ਇਹ ਮੂਰਤੀ ਘੜੀ ਹੈ। ਆਕ੍ਰਿਤ ਕਰੀ ਰਹੀ ਸੋ ਪ੍ਰਕਾਸ਼। ਇਹ ਆਕਿਰਤੀ ਬਣਾਈ ਹੈ, ਘੋੜੇ ਦਾ ਸਰੂਪ ਬਣਾਇਆ, ਮਾਨੋ ਕਾਮ ਦਾ ਦੂਸਰਾ ਰੂਪ ਹੈ, ਜਿਸ ਨੂੰ ਵੇਖ ਕੇ ਮਨ ਮੋਹਿਆ ਜਾਂਦਾ। ਇੰਨਾ ਸੁੰਦਰ ਹੈ ਇਹ ਘੋੜਾ। ਕਿਦੋਂ ਤੋਂ ਰੰਗਮ ਰਚ ਕਰ ਤਨ ਸਭ। ਕਹਿੰਦੇ ਮਾਨੋ ਇਸ ਘੋੜੇ ਦੀ ਸੁੰਦਰਤਾ ਰਚ ਕੇ ਲੇਪਨ ਕੀਨ ਸੁਦਾ ਪੁਨਤਾਸ। ਉੱਤੇ ਅੰਮ੍ਰਿਤ ਦਾ ਲੇਪ ਕੀਤਾ ਹੋਵੇ, ਮਾਨੋ ਘੋੜਾ ਬਣਾ ਕੇ ਸੋਹਣਾ, ਤੇ ਉੱਤੇ ਜਿਹੜੀ ਚਿੱਟੀ ਚਮੜੀ ਹੈ, ਇੰਜ ਲੱਗਦਾ ਵੀ ਅੰਮ੍ਰਿਤ ਚਿੱਟਾ ਹੁੰਦਾ ਨਾ, ਚਿੱਟੇ ਅੰਮ੍ਰਿਤ ਦਾ ਉੱਤੇ ਲੇਪ ਕੀਤਾ ਗਿਆ ਹੈ। ਅਗਰ ਨਾਸਕਾ ਤੀਖਨ ਸੁੰਦਰ। ਕਹਿੰਦੇ ਅੱਗੇ ਘੋੜੇ ਦੀਆਂ ਨੱਕਾਂ ਜਿਹੜੀਆਂ ਨਾਸਾਂ ਨੇ ਬੜੀਆਂ ਤੀਖੀਆਂ ਸੋਹਣੀਆਂ ਨੇ। ਉੱਚੀ ਗਰੀਬ ਚਲਤ ਬਲ ਸੰਗ। ਜਦੋਂ ਤੁਰਦਾ ਜ਼ੋਰ ਦੇ ਨਾਲ ਗਰਦਨ ਉੱਚੀ ਕਰਕੇ ਤੁਰਦਾ ਹੈ। ਆਮ ਘੋੜੇ ਸਿਰ ਸੁੱਟ ਕੇ ਤੁਰੀ ਜਾਂਦੇ ਆ,
ਪਰ ਚੰਗੀ ਨਸਲ ਦੇ ਘੋੜੇ ਸਿਰ ਐਂ ਚੁੱਕ ਕੇ ਜਿਵੇਂ ਸੱਪ ਫਣ ਚੁੱਕ ਕੇ ਤੁਰਦਾ ਇੱਦਾਂ ਤੁਰਦੇ ਹਨ। ਦੋਨ ਸ਼੍ਰੋਣ ਲਗ ਤੀਖਨ ਉੱਚੇ। ਕਹਿੰਦੇ ਦੋਵੇਂ ਘੋੜੇ ਦੇ ਕੰਨ ਛੋਟੇ ਨੇ, ਤਿੱਖੇ ਨੇ ਤੇ ਉੱਚੇ ਨੇ, ਤੇ ਦੋਵਾਂ ਕੰਨਾਂ ਦੇ ਵਿੱਚੋਂ ਦੀ ਇੱਦਾਂ ਬਣ ਜਾਂਦਾ ਹੈ, ਦੋਵਾਂ ਦੀ ਕਨੌਤੀ ਇੱਦਾਂ ਮਿਲ ਜਾਂਦੀ ਹੈ, ਦੋਵੇਂ ਕੰਨ ਆਪਸ ਵਿੱਚ ਵੀ ਉਹਦੇ ਵਿੱਚੋਂ ਦੀ ਹਵਾ ਨਿਕਲ ਕੇ ਆਉਂਦੀ ਹੈ। ਰੁਚਰ ਬਿਲੋਚਨ ਕੁਛਕ ਉਤੰਗ। ਸੋਹਣੀਆਂ ਅੱਖਾਂ ਉੱਚੀਆਂ ਹਨ ਘੋੜੇ ਦੀਆਂ। ਕਵੀ ਜੀ ਘੋੜੇ ਦੀ ਸੁੰਦਰਤਾ ਦਾ ਇੱਛਾ ਬਿਆਨ ਕਰ ਰਹੇ ਨੇ। ਸਾਧ ਸੰਗਤ ਜੀ, ਕਵੀ ਉਹੀ ਹੁੰਦਾ ਜਿਹੜਾ ਹਰ ਚੀਜ਼ ਦੀ ਸਰੂਪ ਦੀ ਸੁੰਦਰਤਾ ਬਿਆਨ ਕਰ ਦੇਵੇ, ਐਨ ਮੌਕੇ 'ਤੇ ਤਸਵੀਰ ਖਿੱਚ ਦੇਵੇ। ਕਵੀ ਜੀ ਇੱਕ ਪੇਂਟਰ ਦੀ ਤਰ੍ਹਾਂ ਇੱਕ ਪੇਂਟਿੰਗ ਬਣਾ ਰਹੇ ਨੇ ਘੋੜੇ ਦੀ ਆਪਣੀ ਕਵਿਤਾ ਦੇ ਵਿੱਚ। ਅੱਗੇ ਕਵਿਤਾ ਇਹ ਬਣਾਉਣੀ ਹੈ ਇੱਕ ਚਿੱਤਰਕਾਰ ਨੇ, ਸੋ ਉਹਦੀ ਪਹਿਲਾਂ ਆਪ ਤਸਵੀਰ ਬਣਾਤੀ ਵੀ ਇੱਦਾਂ ਦਾ ਸੋਹਣਾ ਘੋੜਾ ਸੀ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦਾ। ਕਰਤ ਕੁੰਡਲੀ ਅਗਲੇ ਪਾਇਨ। ਅਗਲੇ ਪੈਰਾਂ ਨੂੰ ਗੋਲ ਘੁਮਾ ਕੇ ਕੁੰਡਲਾਕਾਰ ਕਰਕੇ ਇਸ ਤਰ੍ਹਾਂ ਕਰਕੇ ਰੱਖਦਾ, ਜਿਵੇਂ ਘੋੜਾ ਪੈਰਾਂ ਦੇ ਨਾਲ ਧਰਤੀ ਨੂੰ ਮਿਣਦਾ ਹੋਵੇ। ਜਥਾ ਜੋਗ ਜਿਸਕੇ ਸਰਬੰਗ। ਸਾਰੇ ਹੀ ਅੰਗ ਘੋੜੇ ਦੇ ਇੱਕ ਤੋਂ ਇੱਕ ਵਧੀਆ ਸੋਹਣੇ ਹਨ। ਸਟਕਾਰੀ ਲਾਂਗਲ ਬਹੁ ਫੇਰਤ। ਪਿੱਛੇ ਪੂਛ ਜਿਹੜੀ ਸਟਕਾਰੀ ਉਹਨੂੰ ਘੁਮਾਉਂਦਾ ਹੈ, ਪੂਛ ਵੀ ਘੁਮਾਉਂਦਾ ਹੈ, ਪੈਰ ਘੁਮਾ ਕੇ ਅਗਲੇ ਰੱਖਦਾ ਹੈ। ਤੇ ਕੰਨਾਂ ਦੀ ਸੁੰਦਰਤਾ ਦਾ ਤਾਂ ਕਿਆ ਵਰਣਨ ਕਰੀਏ। ਘੋੜਾ ਸਾਰਿਆਂ ਅੰਗਾਂ ਕਰਕੇ ਹਰ ਇੱਕ ਗੱਲ ਕਰਕੇ ਸੁੰਦਰ ਹੈ। ਮਨ ਸੋ ਲੀਨ ਹੋਤ ਇੱਕ ਰੰਗ। ਕਹਿੰਦੇ ਘੋੜਾ ਮਨ ਦੇ ਨਾਲ ਹੀ ਲੀਨ ਹੋਇਆ ਫਿਰਦਾ। ਜਿੱਧਰ ਗੁਰੂ ਸਾਹਿਬ ਦਾ ਮਨ ਚਾਹੁੰਦਾ ਘੋੜਾ ਉੱਧਰ ਹੀ ਮੁੜ ਜਾਂਦਾ। ਜਿੰਨਾ ਗੁਰੂ ਸਾਹਿਬ ਦਾ ਮਨ ਚਾਹੁੰਦਾ ਤੇਜ਼ ਦੌੜੇ ਉਹਨਾਂ ਤੇਜ਼ ਦੌੜਦਾ, ਜਿੰਨਾ ਹੌਲੇ ਚਾਹੁੰਦੇ ਉਹਨਾਂ ਹੌਲੇ ਹੋ ਜਾਂਦਾ। ਗੁਰੂ ਸਾਹਿਬ ਦੇ ਮਨ ਨਾਲ ਘੋੜੇ ਨੇ ਆਪਣਾ ਮਨ ਮਿਲਾਇਆ ਹੋਇਆ ਹੈ। ਰਹਿਓ ਜਾਮ ਦਿਨ ਗਮਨਤ ਇਸ ਬਿਦ। ਇਸ ਤਰ੍ਹਾਂ ਸਾਧ ਸੰਗਤ ਜੀ ਸ਼ਿਕਾਰ ਖੇਡਦੇ ਹੋਏ ਗੁਰੂ ਸਾਹਿਬ ਸਾਰਾ ਦਿਨ ਵਿਚਰਦੇ ਰਹੇ ਜੰਗਲ ਵਿੱਚ। ਜਦੋਂ ਇੱਕ ਪਹਿਰ ਦਿਨ ਰਹਿ ਗਿਆ, ਸ਼ਾਮ ਦੇ ਕੋਈ 4-5 ਵੱਜ ਗਏ। ਦੋਏ ਸਿੱਖ ਆਏ ਅਗਵਾਏ। ਗੁਰੂ ਸਾਹਿਬ ਜੀ ਵਾਪਸ ਆਉਣ ਦੀ ਤਿਆਰੀ ਕਰ ਰਹੇ ਸਨ ਕਿ ਰਸਤੇ 'ਚ 2 ਗੁਰੂ ਕੇ ਸਿੱਖ ਆਉਂਦੇ ਮਿਲ ਗਏ। ਪਹੁੰਚ ਅਗੇਰੇ ਕਰ ਪਗ ਬੰਧਨ। ਉਹਨਾਂ ਦੋਵਾਂ ਸਿੱਖਾਂ ਨੇ ਅੱਗੇ ਹੋ ਕੇ ਗੁਰੂ ਛੇਵੇਂ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ। ਵਿਖ ਸਤ ਗੁਰ ਠਾਡੇ ਤਿਸ ਥਾਈ। ਮਹਾਰਾਜ ਜੀ ਨੇ ਘੋੜਾ ਰੋਕ ਲਿਆ ਉਹਨਾਂ ਨੂੰ ਵੇਖ ਕੇ। ਬੂਝਨ ਕਰੀ ਕਹਾਂ ਤੇ ਤੁਮ ਹੋ। ਤੇ ਸਤਿਗੁਰੂ ਪੁੱਛਦੇ, ਹਾਂ ਭਾਈ ਸਿੱਖੋ ਕਿੱਥੋਂ ਆਏ ਹੋ, ਕਿੱਥੋਂ ਦੇ ਰਹਿਣ ਵਾਲੇ ਹੋ? ਕਿਆ ਤੁਮ ਕਾਜ ਕਰਤ ਸਤ ਭਾਈ। ਤੇ ਕੀ ਕੰਮ ਕਰਦੇ ਹੋ, ਕਿੱਥੋਂ ਦੇ ਰਹਿਣ ਵਾਲੇ ਹੋ, ਕੰਮ ਕੀ ਕਰਦੇ ਹੋ, ਦੱਸੋ ਭਾਈ। ਚਿਤ ਕੋ ਗਮਨੇ ਕਿਆ ਚਿਤ ਇੱਛਾ। ਉਹ ਕਿੱਧਰ ਚੱਲੇ ਹੋ, ਅੱਗੇ ਕਿੱਥੇ ਜਾਣਾ ਹੈ, ਮਨ ਵਿੱਚ ਕੀ ਇੱਛਾ ਹੈ ਤੁਹਾਡੇ? ਸੁਨ ਦੋਏ ਮੁਖ ਬਾਕ ਅਲਾਏ। ਉਹਨਾਂ ਦੋਵਾਂ ਸਿੱਖਾਂ ਨੇ ਗੁਰੂ ਸਾਹਿਬ ਦਾ ਸਵਾਲ ਸੁਣ ਕੇ ਹੱਥ ਜੋੜ ਕੇ ਬੇਨਤੀ ਕੀਤੀ। ਕਰਤ ਚਿਤੇਰੇ ਕੀ ਕ੍ਰਿਤ ਸੁੰਦਰ। ਹੇ ਗਰੀਬ ਨਵਾਜ, ਹੇ ਸੱਚੇ ਪਾਤਸ਼ਾਹ, ਅਸੀਂ ਚਿੱਤਰਕਾਰ ਹਾਂ, ਤਸਵੀਰਾਂ ਬਣਾਉਂਦੇ ਹਾਂ, ਫੋਟੋਆਂ। ਅੱਜ ਕੱਲ੍ਹ ਤਾਂ ਕੈਮਰੇ ਨਾਲ ਖਿੱਚਦੇ ਨਾ, ਪਹਿਲਾਂ ਕੈਮਰੇ ਨਹੀਂ ਸੀ ਹੁੰਦੇ, ਪੇਂਟਰ ਹੁੰਦੇ ਸੀ, ਪੇਂਟਿੰਗ ਕਰਿਆ ਕਰਦੇ ਸੀ। ਉਹ ਤਸਵੀਰਾਂ ਬਣਾਉਂਦੇ ਸੀ, ਚਿੱਤਰਕਾਰੀਆਂ ਕਰਦੇ ਸੀ। ਅਸੀਂ ਮਹਾਰਾਜ ਆਰਟਿਸਟ ਹਾਂ, ਅਸੀਂ ਕਲਾਕਾਰ ਹਾਂ, ਚਿੱਤਰਕਾਰ ਹਾਂ। ਜਾਤ ਹਮਾਰੀ ਲਖੋ ਤਿਖਾਨ। ਅਸੀਂ ਤਰਖਾਣ ਹਾਂ ਮਹਾਰਾਜ। ਪਹਿਲਾਂ ਇਹ ਜਿਹੜੇ ਲੱਕੜ ਦੇ ਕੰਮ ਨੇ, ਕਮਰੇ ਬਣਾਉਣੇ, ਕੰਧਾਂ ਦੇ ਉੱਤੇ ਚਿੱਤਰਕਾਰੀਆਂ ਕਰਨੀਆਂ, ਹੋਰ ਕਈ ਪ੍ਰਕਾਰ ਦੀ ਵਿੱਦਿਆ ਤਖਾਣਾ ਕੋਲ ਹੁੰਦੀ ਸੀ, ਮਿਸਤਰੀਆਂ ਕੋਲ। ਸੋ ਮਹਾਰਾਜ ਅਸੀਂ ਮਿਸਤਰੀ ਹਾਂ, ਜਾਤ ਦੇ ਤਰਖਾਣ ਹਾਂ। ਰਾਵਰ ਕੇ ਦਰਸ਼ਨ ਹਿਤ ਆਏ। ਮਹਾਰਾਜ ਅਸੀਂ ਆਪ ਜੀ ਦੇ ਦਰਸ਼ਨਾਂ ਲਈ ਆਏ ਹਾਂ। ਮਨ ਵਿੱਚ ਸ਼ਰਧਾ ਸੀ ਵੀ ਗੁਰੂ ਸਾਹਿਬ ਦੇ ਦਰਸ਼ਨ ਕਰੀਏ। ਦਿਵਸ ਬਹੁਤ ਕੀ ਚਾਹ ਮਹਾਨ। ਮਨ ਦੇ ਵਿੱਚ ਦਰਸ਼ਨਾਂ ਦੀ ਬੜੀ ਚਾਹਨਾ ਕਾਫੀ ਸਮੇਂ ਤੋਂ ਬਣੀ ਹੋਈ ਸੀ। ਦਰਸ਼ਨਾਂ ਦਾ ਮੌਕਾ ਅੱਜ ਮਿਲਿਆ ਹੈ ਸਤਿਗੁਰੂ ਜੀ। ਉਚਿਤ ਹਮਾਰੇ ਕ੍ਰਿਤ ਆਪ ਕੀ। ਹੇ ਮਹਾਰਾਜ, ਜੇ ਅਸੀਂ ਕੋਈ ਆਪ ਜੀ ਦੀ ਸੇਵਾ ਕਰ ਸਕੀਏ ਤਾਂ ਸਾਨੂੰ ਦੱਸੋ। ਕੋਈ ਕੰਮ ਹੋਵੇ ਸਾਡੇ ਲਾਇਕ ਕਰਨ ਜੋਗਾ, ਗੁਰੂ ਘਰ ਦੇ ਵਿੱਚ ਕੋਈ ਸੇਵਾ ਹੋਵੇ ਤਾਂ ਸਾਨੂੰ ਮਹਾਰਾਜ ਹੁਕਮ ਲਾ ਦਿਓ, ਅਸੀਂ ਆਪ ਜੀ ਦੀ ਉਹ ਸੇਵਾ ਕਰਾਂਗੇ। ਸੋਪ ਕਰਹਿ ਹਮ ਇੱਛਾ ਠਾਨ। ਉਹ ਵੀ ਅਸੀਂ ਬੜੇ ਪ੍ਰੇਮ ਨਾਲ ਕਰਾਂਗੇ। ਸਾਨੂੰ ਇੱਛਾ ਹੈ
ਕਿ ਆਪ ਜੀ ਦੀ ਸੇਵਾ ਕਰਕੇ ਆਪਣੇ ਹੱਥਾਂ ਨੂੰ ਸਫਲਾ ਕਰ ਲਈਏ। ਸਤਿਗੁਰ ਦੇਈ ਨਾ ਤਬ ਕੁਛ ਆਇਸੋ। ਸਤਿਗੁਰੂ ਜੀ ਕੋਈ ਆਗਿਆ ਨਹੀਂ ਦਿੱਤੀ, ਮਹਾਰਾਜ ਚੁੱਪ ਕਰ ਗਏ। ਮਹਾਰਾਜ ਨੂੰ ਕੋਈ ਇੱਛਾ ਹੁੰਦੀ ਹੀ ਨਹੀਂ, ਕਿਉਂਕਿ ਇੱਛਾਵਾਂ ਜਿਹੜੀਆਂ ਨੇ ਬੰਧਨ ਦਾ ਕਾਰਨ ਬਣਦੀਆਂ ਨੇ। ਇਸ ਕਰਕੇ ਵੱਡੇ ਮਹਾਂਪੁਰਸ਼ ਸੰਸਾਰੀ ਪਦਾਰਥਾਂ ਦੀ ਮੋਹ ਮਾਇਆ ਦੀ ਕੋਈ ਇੱਛਾ ਕਰਦੇ ਨਹੀਂ। ਮਹਾਰਾਜ ਨੇ ਕੋਈ ਇੱਛਾ ਨਹੀਂ ਕੀਤੀ। ਜਾਰ ਵਿਧੀ ਚੰਦ ਨੇ ਮਨ ਕੀ ਜਾਨ। ਬਾਬਾ ਵਿਧੀ ਚੰਦ ਜੀ ਉਹ ਸਤਿਗੁਰਾਂ ਦੇ ਮਨ ਦੀ ਵੀ ਜਾਣਦੇ ਆ ਤੇ ਸੇਵਕਾਂ ਦੇ ਮਨ ਦੀ ਵੀ ਜਾਣਦੇ ਆ। ਤੇ ਭਾਈ ਵਿਧੀ ਚੰਦ ਜੀ ਦੇ ਮਨ ਵਿੱਚ ਫੁਰਨਾ ਉੱਠਿਆ। ਕਹਿਤ ਭਇਓ ਅਬ ਪੋਸ਼ਿਸ਼ ਜੈਸੀ। ਹੱਥ ਜੋੜ ਕੇ ਜਦੋਂ ਚਿੱਤਰਕਾਰਾਂ ਨੇ ਬੇਨਤੀ ਕੀਤੀ ਵੀ ਸਾਨੂੰ ਕੋਈ ਨਾ ਕੋਈ ਸੇਵਾ ਦਿਓ, ਤੇ ਬਾਬਾ ਵਿਧੀ ਚੰਦ ਜੀ ਕਹਿੰਦੇ ਇਸ ਵੇਲੇ ਜਿਹੜੇ ਮਹਾਰਾਜ ਨੇ ਪੁਸ਼ਾਕ ਪਹਿਨੀ ਚਿੱਟੀ, ਮਹਾਰਾਜ ਨੇ ਜਿਹੜੇ ਬਸਤਰ ਪਹਿਨੇ ਹੋਏ ਨੇ, ਬਾਜ਼ੀ ਬਾਜ਼ ਸਮੇਤ ਸੁਹਾਏ। ਘੋੜਾ ਵੀ ਸਤਿਗੁਰਾਂ ਦਾ ਚਿੱਟਾ ਹੈ ਤੇ ਬਾਜ ਵੀ ਹੱਥ ਤੇ ਚਿੱਟਾ ਬੈਠਾ ਹੋਇਆ ਹੈ। ਸ਼ਸਤਰ ਸਹਿਤ ਇਹ ਮੂਰਤ ਸੁੰਦਰ। ਔਰ ਸ਼ਸਤਰ ਮੀਰੀ ਪੀਰੀ ਦੇ ਗਾਤਰੇ ਪਹਿਨੇ ਹੋਏ ਨੇ। ਇਸ ਸੋਹਣੀ ਮੂਰਤ ਮੇਰੇ ਸਤਿਗੁਰਾਂ ਜੀ ਦੀ ਹੈ। ਮੋਹ ਕਹੋ ਲਿਖ ਦੀਜ ਹੈ ਸੁਖ ਪਾਏ। ਇਹ ਮਹਾਰਾਜ ਹੇ ਚਿੱਤਰਕਾਰੋ, ਇਹ ਗੁਰੂ ਸਾਹਿਬ ਦੀ ਸੋਹਣੀ ਮੂਰਤ ਮੈਨੂੰ ਬਣਾ ਦਿਓ, ਲਿਖ ਦਿਓ। ਤੁਸੀਂ ਚਿਤੇਰੇ ਹੋ, ਚਿੱਤਰਕਾਰ ਹੋ, ਚਿੱਤਰਕਾਰੀ ਇੱਕ ਤਸਵੀਰ ਮੈਨੂੰ ਬਣਾ ਕੇ ਹੱਥ ਦੇ ਨਾਲ ਦੇ ਦਿਓ। ਘੋੜੇ ਸਮੇਤ ਛੇਵੇਂ ਪਾਤਸ਼ਾਹ ਜੀ ਦਾ ਇਹ ਸਰੂਪ ਮੈਂ ਆਪਣੇ ਘਰ ਰੱਖਾਂਗਾ। ਕਰਹੁ ਸਫਲ ਆਪਣੀ ਸਭ ਵਿਦਿਆ। ਤੁਸੀਂ ਆਪਣੀ ਵਿਦਿਆ ਸਫਲੀ ਕਰ ਲਓ। ਪਰਮਾਤਮਾ ਨੇ ਤੁਹਾਨੂੰ ਤਸਵੀਰਾਂ ਬਣਾਉਣ ਦੀ ਵਿਦਿਆ ਦਿੱਤੀ ਹੈ। ਤੁਸੀਂ ਆਪਣੀ ਵਿਦਿਆ ਸਫਲੀ ਕਰ ਲਓ ਤੇ ਗੁਰੂ ਮਹਾਰਾਜ ਦੀ ਤਸਵੀਰ ਬਣਾ ਲਓ। ਹੱਥ ਬਿਲੋਚਨ ਕੋ ਸਫਲਾਏ। ਹੱਥ ਵੀ ਤੁਹਾਡੇ ਸਫਲੇ ਹੋਣਗੇ, ਅੱਖਾਂ ਵੀ ਤੁਹਾਡੀਆਂ ਗੁਰੂ ਦੇ ਦਰਸ਼ਨ ਕਰਕੇ ਸਫਲੀਆਂ ਹੋਣਗੀਆਂ, ਕਿਉਂਕਿ ਤੁਸੀਂ ਗੁਰੂ ਨੂੰ ਵੇਖ ਵੇਖ ਕੇ ਗੁਰੂ ਦੀ ਤਸਵੀਰ ਬਣਾਓਗੇ। ਸੋ ਤੁਸੀਂ ਦੋਵੇਂ ਪਿਓ ਪੁੱਤਰ ਜੇ ਚਿੱਤਰਕਾਰੀ ਕਰਦੇ ਹੋ ਤਾਂ ਮੇਰੇ ਸਤਿਗੁਰੂ ਦਾ ਇੱਕ ਚਿੱਤਰ ਬਣਾ ਦਿਓ। ਨਖ ਖਲੋ ਚਿਤਰਤ ਕਰ ਆਛੇ। ਗੁਰੂ ਸਾਹਿਬ ਜੀ ਦੇ ਘੋੜੇ ਦੀ, ਗੁਰੂ ਸਾਹਿਬ ਦੇ ਸਰੂਪ ਦੀ ਸਿਰ ਤੋਂ ਲੈ ਕੇ ਪੈਰਾਂ ਤੱਕ ਸੋਹਣੀ ਤਸਵੀਰ ਬਣਾ ਦਿਓ। ਇਹੋ ਉਪਕਾਰ ਕਰਹੁ ਮਨ ਲਾਏ। ਇਹ ਉਪਕਾਰ ਮੇਰੇ ਤੇ ਕਰ ਦਿਓ। ਜੇ ਤੁਸੀਂ ਕਰਨਾ ਚਾਹੁੰਦੇ ਹੋ, ਕੋਈ ਤਸਵੀਰ ਬਣਾਉਣੀ ਚਾਹੁੰਦੇ ਹੋ ਤਾਂ ਮਹਾਰਾਜ ਛੇਵੇਂ ਪਾਤਸ਼ਾਹ ਦੀ ਬਣਾਓ। ਸੁਨਿਓ ਨਕਾਸ਼ ਭਨਿਓ ਜਿਤ ਬੇਨਤੀ। ਉਸ ਨਕਾਸ਼ ਨੇ, ਉਸ ਤਰਖਾਣ ਨੇ ਜਦੋਂ ਬਾਬਾ ਵਿਧੀ ਚੰਦ ਜੀ ਦਾ ਬਚਨ ਸੁਣਿਆ, ਸ਼ੇਸ਼ ਗਣੇਸ਼ ਸਾਰਦਾ ਮਾਏ। ਬੇਨਤੀ ਕਰਕੇ ਕਹਿਣ ਲੱਗਾ, ਦੇਖੋ ਬਾਬਾ ਵਿਧੀ ਚੰਦ ਜੀ, ਇਹ ਗੁਰੂ ਮਹਾਰਾਜ ਦਾ ਰੂਪ ਐਸਾ ਹੈ, ਇਹਦਾ ਅੰਤ ਨਾ ਸ਼ੇਸ਼ਨਾਗ ਤੋਂ ਪੈਂਦਾ ਹੈ, ਨਾ ਗਣੇਸ਼ ਤੋਂ ਪੈਂਦਾ ਹੈ, ਤੇ ਨਾ ਸ਼ਾਰਦਾ ਮਾਤਾ ਤੋਂ ਪੈਂਦਾ ਹੈ। ਪਾਰ ਨਾ ਪਾਏ ਸਕਹਿ ਜਿਨ ਕੇਰਾ। ਇਹਦਾ ਪਾਰਾਵਾਰ ਕੋਈ ਪਾ ਹੀ ਨਹੀਂ ਸਕਦਾ। ਵਿਦਿਆ ਦੀ ਦੇਵੀ ਹੈ ਸ਼ਾਰਦਾ। ਨਮੋ ਸ਼ਾਰਦਾ ਮਾਤ ਵਿਦਿਆ ਪ੍ਰਦੇਨੀ। ਉਹ ਵਿਦਿਆ ਦੇਣ ਵਾਲੀ ਹੈ, ਪਰ ਗੁਰੂ ਦਾ ਅੰਤ ਉਹ ਵੀ ਨਹੀਂ ਪਾ ਸਕਦੀ। ਕਹਿੰਦੇ ਗਣਾਂ ਦਾ ਸੁਆਮੀ ਗਣੇਸ਼ ਹੈ, ਗਣਾਨਾ ਈਸ਼ਾ ਸਾ ਗਣੇਸ਼ਾ। ਉਹ ਵੀ ਸਤਿਗੁਰੂ ਦਾ ਅੰਤ ਨਹੀਂ ਪਾ ਸਕਦਾ। ਗੁਰੂ ਸਭ ਤੋਂ ਵੱਡਾ ਹੈ, ਸਭ ਤੇ ਵੱਡ ਸਮਰੱਥ ਗੁਰਦੇਵ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕੋਈ ਤਸਵੀਰ ਬਣਾ ਲਵੇ, ਇਹ ਕੋਈ ਸੌਖਾ ਕੰਮ ਨਹੀਂ ਹੈ। ਸੋ ਮਮ ਪਾਸ ਲਿਖੇ ਕਿਮ ਜਾਏ। ਜਿਨ੍ਹਾਂ ਨੂੰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਗਣੇਸ਼ ਸ਼ਾਰਦਾ ਵਰਗੀਆਂ ਸ਼ਕਤੀਆਂ ਨਹੀਂ ਵਰਣਨ ਕਰ ਸਕਦੀਆਂ, ਉਹਨਾਂ ਨੂੰ ਮੈਂ ਕਾਗਜ਼ ਦੇ ਉੱਤੇ ਕਿਵੇਂ ਲਿਖ ਸਕਦਾ ਹਾਂ? ਮੈਂ ਕਿਵੇਂ ਉਹਨਾਂ ਦੀ ਫੋਟੋ ਬਣਾ ਸਕਦਾ ਹਾਂ? ਇਹਨਾਂ ਦੀ ਫੋਟੋ ਤਾਂ ਸਰਸਵਤੀ ਦੇਵੀ ਵੀ ਨਹੀਂ ਬਣਾ ਸਕਦੀ। ਨਿਸ਼ਚੈ ਸੁਣੀ ਬਾਤ ਇੱਕ ਐਸੇ। ਹਾਂ, ਬਸ ਇੱਕ ਗੱਲ ਮੈਂ ਨਿਸ਼ਚੈ ਨਾਲ ਸੰਗਤ ਵਿੱਚ ਬਹਿ ਕੇ ਸੁਣੀ ਹੋਈ ਹੈ ਗੁਰ ਕੈ ਗੁਰ ਸਿੱਖ ਸਿੰਧ ਤੁਰਾਏ। ਕਿ ਗੁਰੂ ਸਾਹਿਬ ਚਾਹਣ ਜਾਂ ਗੁਰੂ ਦੇ ਸਿੱਖ ਚਾਹਣ ਤੇ ਸਮੁੰਦਰ ਤੋਂ ਤਾਰੀ ਲਵਾ ਸਕਦੇ। ਬੰਦਾ ਪਾਣੀ 'ਚ ਤਰਦਾ ਹੈ, ਕੋਈ ਛੋਟੀ ਮੋਟੀ ਨਹਿਰ ਹੋਵੇ, ਛੋਟੀ ਮੋਟੀ ਨਦੀ ਹੋਵੇ, ਤਰ ਕੇ ਲੰਘ ਜਾਂਦਾ। ਜੇ ਕੋਈ ਸਮੁੰਦਰ ਨੂੰ ਤਰਨ ਦੀ ਕੋਸ਼ਿਸ਼ ਕਰੇ ਤੇ ਸਮੁੰਦਰ ਥੋੜ੍ਹਾ ਤਰਿਆ ਜਾਂਦਾ, ਪਰ ਗੁਰੂ ਆਪਣੇ ਸਿੱਖ ਤੋਂ ਸਮੁੰਦਰ ਤੋਂ ਵੀ ਤਰਾ ਦਿੰਦਾ। ਗੁਰੂ ਦੀ ਖੇਡ ਵੱਖਰੀ ਹੈ। ਜਿਹੜਾ ਕੰਮ ਦੁਨੀਆ ਤੇ ਕਿਤੇ ਨਹੀਂ ਹੋ ਸਕਦਾ, ਗੁਰੂ ਸਾਹਿਬ ਦੇ ਘਰ ਹੋ ਸਕਦਾ ਹੈ। ਹਾਂਜੀ।
ਕਰਹਿ ਕਿਰਪਾ ਤਉ ਮੈਂ ਲਿਖ ਸਕਹੁ। ਕਹਿੰਦੇ ਜੇ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ, ਤਾਂ ਮੈਂ ਗੁਰੂ ਸਾਹਿਬ ਜੀ ਦੀ ਤਸਵੀਰ ਬਣਾ ਸਕਦਾ। ਮੈਂ ਨਹੀਂ ਬਣਾ ਸਕਦਾ, ਗੁਰੂ ਸਾਹਿਬ ਕਿਰਪਾ ਕਰਨ ਤੇ ਬਣਾ ਸਕਦਾ। ਹਾਂਜੀ, ਅਲਪ ਜੀਵ ਕੇ ਬਨਹਿ ਸਹਾਏ। ਮਹਾਰਾਜ ਆਪਣੇ ਛੋਟੇ ਨਿਮਾਣੇ ਸਿੱਖ ਦੀ ਸਹਾਇਤਾ ਕਰਨਗੇ, ਸਾਡੀ ਕਲਮ ਦੇ ਵਿੱਚ ਸ਼ਕਤੀ ਪਾਉਣਗੇ, ਸਾਡੇ ਬੁਰਸ਼ ਵਿੱਚ, ਸਾਡੇ ਰੰਗਾਂ ਵਿੱਚ ਆਪਣੇ ਰੰਗ ਭਰਨਗੇ ਤੇ ਮਹਾਰਾਜ ਦੀ ਤਸਵੀਰ ਬਣ ਜਾਏਗੀ। ਪਰ ਜੇ ਮੈਂ ਕਹਾਂ ਵੀ ਮੈਂ ਬਣਾ ਲਾਂਗਾ, ਮੇਰੇ ਕੋਲੋਂ ਨਹੀਂ ਬਣਦੀ। ਇਹਨਾਂ ਦੀ ਤਸਵੀਰ ਤਾਂ ਸ਼ਾਰਦਾ ਮਾਤਾ ਵੀ ਨਹੀਂ ਬਣਾ ਸਕਦੀ, ਇਹਨਾਂ ਦੀ ਤਸਵੀਰ ਤਾਂ ਗਣੇਸ਼ ਦੇਵਤਾ ਵੀ ਨਹੀਂ ਬਣਾ ਸਕਦਾ, ਇਹਨਾਂ ਦੀ ਤਸਵੀਰ ਦੁਨੀਆ ਦੀ ਕੋਈ ਤਾਕਤ ਬਣਾ ਹੀ ਨਹੀਂ ਸਕਦੀ। ਸਭ ਤੋਂ ਵੱਡੇ ਹਨ ਪਰਮੇਸ਼ਰ, ਸਭ ਤੋਂ ਪਰੇ ਹਨ। ਇਹਨਾਂ ਨੂੰ ਕੌਣ ਜਾਣ ਸਕਦਾ ਹੈ? ਇਹਨਾਂ ਦੀ ਫੋਟੋ ਕੌਣ ਬਣਾ ਸਕਦਾ ਹੈ? ਕਰਹੁ ਕਿਰਪਾ ਤਬ ਲਿਖ ਹੈ ਪੁੱਤਰ ਮਮ। ਜੇ ਸਤਿਗੁਰੂ ਜੀ, ਹੇ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ, ਆਪ ਕਿਰਪਾ ਬਖਸ਼ਿਸ਼ ਰਹਿਮਤ ਕਰ ਦਿਓ ਤਾਂ ਮੇਰਾ ਇਹ ਪੁੱਤਰ ਜੋ ਮੇਰੇ ਨਾਲ ਇਹ ਕੰਮ ਕਰਦਾ ਹੈ ਚਿੱਤਰਕਾਰੀ ਦਾ, ਇਹ ਆਪ ਜੀ ਦਾ ਇੱਕ ਚਿੱਤਰ ਬਣਾ ਦਵੇ। ਵਿਧੀ ਚੰਦ ਤਿਹ ਨਿਕਟ ਬੁਲਾਏ। ਬਾਬਾ ਵਿਧੀ ਚੰਦ ਜੀ ਨੇ ਉਸ ਚਿੱਤਰਕਾਰ ਨੂੰ, ਉਹ ਜਿਹੜਾ ਉਹਦਾ ਬੇਟਾ ਸੀ ਚਿੱਤਰਕਾਰ ਦਾ, ਚਿੱਤਰਕਾਰੀ ਵਿੱਚ ਉਹ ਵੀ ਨਿਪੁੰਨ ਸੀ। ਬਾਪ ਵੀ ਬੜਾ ਸਿਆਣਾ ਸੀ, ਪੁੱਤਰ ਵੀ ਬੜਾ ਮਿਹਨਤੀ ਸੀ। ਉਸ ਬੱਚੇ ਨੂੰ ਕੋਲ ਬੁਲਾ ਕੇ ਬਾਬਾ ਵਿਧੀ ਚੰਦ ਸਾਹਿਬ ਜੀ ਬੋਲੇ, ਹੇ ਸੁਤ ਲਿਖਹੁ ਸਹਾਈ ਗੁਰੂ ਨਿਤ। ਬਾਬਾ ਵਿਧੀ ਚੰਦ ਜੀ ਕਹਿੰਦੇ, ਹੇ ਪੁੱਤਰ, ਤੂੰ ਮਹਾਰਾਜ ਛੇਵੇਂ ਪਾਤਸ਼ਾਹ ਦੀ ਤਸਵੀਰ ਬਣਾ। ਗੁਰੂ ਸਾਹਿਬ ਤੇਰੇ ਅੰਗ ਸੰਗ ਰਹਿਣਗੇ, ਤੇਰੀ ਬੁੱਧੀ ਵਿੱਚ ਪ੍ਰਕਾਸ਼ ਕਰਨਗੇ, ਕਿਉਂਕਿ ਸਭ ਤੋਂ ਪਹਿਲਾਂ ਤਾਂ ਬੁੱਧੀ ਨਿਰਮਲ ਹੋਣੀ ਚਾਹੀਦੀ ਹੈ। ਕੋਈ ਵੀ ਕੰਮ ਜਿਹੜਾ ਕਲਾ ਦਾ ਹੈ ਨਾ, ਭਾਵੇਂ ਉਹ ਸੰਗੀਤ ਹੈ, ਭਾਵੇਂ ਸਾਧ ਸੰਗਤ ਜੀ ਉਹ ਗ੍ਰੰਥਾਂ ਨੂੰ ਪੜ੍ਹਨਾ ਹੈ, ਭਾਵੇਂ ਉਹ ਛੰਦ ਸ਼ਾਸਤਰ ਵਾਸਤੇ ਗਿਆਨ ਲੈਣਾ ਹੈ, ਭਾਵੇਂ ਗ੍ਰਾਮਰ ਦਾ, ਵਿਆਕਰਣ ਦਾ ਗਿਆਨ ਲੈਣਾ ਹੈ, ਜਾਂ ਚਿੱਤਰਕਾਰੀ, ਇਹ ਬਰੀਕ ਕੰਮ ਹਨ, ਸੂਖਸ਼ਮ ਕਲਾ ਹੈ। ਇਹ ਗੱਲਾਂ ਮੋਟੀ ਬੁੱਧੀ ਨਾਲ ਨਹੀਂ ਆਉਂਦੀਆਂ। ਇਹ ਉਦੋਂ ਆਉਂਦੇ ਜਦੋਂ ਗੁਰੂ ਦੀ ਕਿਰਪਾ ਹੋਵੇ, ਬੁੱਧੀ ਨਿਰਮਲ ਹੋਵੇ, ਤਾਂ ਉਹਦੇ ਵਿੱਚੋਂ ਇਹ ਕਲਾ ਪ੍ਰਗਟ ਹੁੰਦੀ ਹੈ, ਆਰਟ ਪ੍ਰਗਟ ਹੁੰਦਾ। ਬਾਬਾ ਵਿਧੀ ਚੰਦ ਜੀ ਕਹਿੰਦੇ, ਪੁੱਤਰ ਤੇਰੇ ਤੇ ਗੁਰੂ ਸਾਹਿਬ ਕਿਰਪਾ ਕਰਨਗੇ, ਤੇਰੀ ਬੁੱਧੀ ਨਿਰਮਲ ਹੋਵੇਗੀ, ਉਸ ਸਾਤਵਿਕ ਬੁੱਧੀ ਦੇ ਵਿੱਚੋਂ ਇਹ ਗਿਆਨ ਪ੍ਰਗਟ ਹੋਵੇਗਾ, ਤੂੰ ਮਹਾਰਾਜ ਦੀ ਤਸਵੀਰ ਬਣਾ ਸਕੇਂਗਾ। ਪੁਰਹੁ ਕਾਮਨਾ ਮਮ ਹਿਤ ਲਾਏ। ਹਾਂ, ਮੇਰੇ ਵਾਸਤੇ ਇੱਕ ਤਸਵੀਰ ਗੁਰੂ ਸਾਹਿਬ ਦੀ ਬਣਾ ਦਿਓ, ਤੁਹਾਡੀ ਕਾਮਨਾ ਗੁਰੂ ਪੂਰੀ ਕਰੇਗਾ। ਮਾਨ ਬਚਨ ਦੋਨੋਂ ਤਹਿ ਬੈਠੇ। ਗੁਰੂ ਸਾਹਿਬ ਦਾ ਬਚਨ ਮੰਨ ਕੇ ਦੋਵੇਂ ਪਿਓ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੀ ਤਸਵੀਰ ਬਣਾਉਣ ਲਈ ਬੈਠ ਗਏ। ਲਿਖਣ ਲਗੇ ਮਨ ਪ੍ਰੇਮ ਉਪਾਏ। ਉਹ ਦੋਵੇਂ ਪਿਓ ਪੁੱਤਰ ਬੜੇ ਤਗੜੇ ਕਾਰੀਗਰ ਸਨ, ਚਿੱਤਰਕਾਰ ਸਨ। ਉਹਨਾਂ ਨੂੰ ਮਹਾਰਾਜ ਨੇ, ਪ੍ਰਮਾਤਮਾ ਨੇ ਗੁਣ ਦਿੱਤਾ ਹੋਇਆ ਸੀ, ਬੜੀ ਆਲੀਸ਼ਾਨ ਸੁੰਦਰ ਤਸਵੀਰਾਂ ਬਣਾਉਂਦੇ ਸਨ। ਅੱਜ ਛੇਵੇਂ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਦੀ ਫੋਟੋ ਬਣਾਉਣ ਲੱਗੇ ਹਨ। ਨਖ ਸਿਖ ਲੋ ਮੂਰਤ ਗੁਰ ਹੈ ਕੀ। ਗੁਰੂ ਸਾਹਿਬ ਦੇ ਘੋੜੇ ਦੀ ਬਣਾਈ ਹੈ। ਪਹਿਲਾਂ ਮਹਾਰਾਜ ਦੇ ਘੋੜੇ ਦੀ ਪੈਰ ਦੇ ਖੁਰ ਤੋਂ ਲੈ ਕੇ ਸਿਰ ਤੱਕ ਸਾਰਾ ਸਰੀਰ ਘੋੜੇ ਦਾ ਉਹਨਾਂ ਨੇ ਕਲਮਬੰਦ ਕੀਤਾ ਹੈ, ਬੁਰਸ਼ ਦੇ ਨਾਲ ਰੰਗ ਭਰੇ ਹਨ। ਬਹੁਤ ਵਧੀਆ ਸਤਿਗੁਰਾਂ ਦੀ ਤਸਵੀਰ ਤਿਆਰ ਕਰ ਰਹੇ ਹਨ। ਸ਼ਾਸਤਰ ਬਸਤਰ ਜੁਤ ਜਥਾ ਸਹਾਈ। ਜਿਵੇਂ ਮਹਾਰਾਜ ਸ਼ਸਤਰ ਬਸਤਰ, ਮੀਰੀ ਪੀਰੀ ਦੀਆਂ ਤੇਗਾਂ, ਢਾਲ, ਤਲਵਾਰ, ਬਰਛਾ, ਤੀਰ ਕਮਾਨ, ਕਮਰ ਕੱਸੇ ਵਿੱਚ ਪਿਸਤੌਲ, ਖੰਜਰ, ਬੁਗਦਾ, ਬਿਛੂਆ ਆਦਿਕ ਸ਼ਸਤਰ ਪਹਿਨੇ ਹੋਏ ਨੇ। ਮੱਥੇ ਤੇ ਕਲਗੀ ਤੋੜਾ ਜਿਗਾ ਲਾਇਆ ਹੋਇਆ ਹੈ। ਡੋਲਿਆਂ ਦੇ ਉੱਤੇ ਅੰਗਦ ਭੁਜ ਦੰਡੇ 9 ਰਤਨੇ ਬੰਨੇ ਹੋਏ ਨੇ। ਉਹ ਸਾਰੀ ਤਸਵੀਰ ਇਹ ਕਾਰੀਗਰ ਬਣਾਉਣ ਲੱਗੇ ਨੇ। ਸ਼੍ਰੀ ਸਤਿਗੁਰੂ ਅਖੇਰ ਗਏ ਬਨ। ਮਹਾਰਾਜ ਉਸ ਤਸਵੀਰ 'ਚ ਸ਼ਿਕਾਰ ਖੇਡਦੇ ਨਜ਼ਰ ਆ ਰਹੇ ਨੇ। ਗੁਰੂ ਸਾਹਿਬ ਜੀ ਦੇ ਅੱਗੇ ਅੱਗੇ ਸ਼ਿਕਾਰ ਭੱਜਿਆ ਜਾਂਦਾ ਹੈ। ਮਹਾਰਾਜ ਸ਼ਿਕਾਰੀ ਕੁੱਤਿਆਂ ਨੂੰ ਨਾਲ ਲੈ ਕੇ ਸ਼ਿਕਾਰ ਦੇ ਪਿੱਛੇ ਜਾ ਰਹੇ ਨੇ। ਬਾਜ ਵੀ ਹੱਥਾਂ ਤੇ ਸੋਭਾ ਪਾ ਰਿਹਾ ਹੈ। ਉਹ ਸ਼ਿਕਾਰ ਖੇਡਣ ਦੀ ਫੋਟੋ ਹੈ ਸਾਧ ਸੰਗਤ ਜੀ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਨਾਲ ਦਾਸ ਨੂੰ 2 ਵਾਰੀ ਮਹਾਂਪੁਰਸ਼ ਸੰਤ ਬਾਬਾ ਅਵਤਾਰ ਸਿੰਘ ਜੀ, ਦਲ ਪੰਥ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਜੋ 12ਵੇਂ ਮੁਖੀ ਮਹਾਂਪੁਰਸ਼ ਮੌਜੂਦਾ ਹਨ, ਉਹਨਾਂ ਮਹਾਂਪੁਰਸ਼ਾਂ ਨੇ 2 ਵਾਰੀ ਆਪਣੇ ਮਹਿਲਾਂ ਵਿੱਚ, ਜੋ ਗੁਰਦੁਆਰਾ ਗੁਰੂ ਕੇ ਮਹਿਲ ਸੁਰ ਸਿੰਘ ਹੈ, ਉੱਥੇ ਮਹਾਰਾਜ ਜੀ ਦੀ ਪਾਵਨ ਫੋਟੋ ਦੇ ਤੇ ਬਾਬਾ ਬਿਧੀ ਚੰਦ ਜੀ ਦੇ ਹੱਥ ਦੇ ਲਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਵਾਰੀ ਦਰਸ਼ਨ ਕਰਾਏ ਹਨ। ਸੋ ਭਾਗਾਂ ਵਾਲੀ ਸੰਗਤ ਹੈ ਜਿਹੜੇ ਸ੍ਰੀ ਅੰਮ੍ਰਿਤਸਰ ਜਾਓ ਤੇ ਲਾਗੇ ਹੀ ਬਾਬਾ ਬੁੱਢਾ ਜੀ ਦੀ ਬੀੜ ਤੋਂ, ਝਬਾਲ ਤੋਂ 5-7 ਮੀਲ ਅੱਗੇ ਸੁਰ ਸਿੰਘ ਪਿੰਡ ਹੈ, ਉੱਥੇ ਜ਼ਰੂਰ ਜਾਓ ਤੇ ਬਾਬਾ ਜੀ ਨੂੰ ਬੇਨਤੀ ਕਰੋ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੇ ਮਹਾਰਾਜ 6ਵੇਂ ਪਾਤਸ਼ਾਹ ਜੀ ਦੀ ਫੋਟੋ ਦੇ ਦਰਸ਼ਨ ਕਰਾਓ। ਤਾਂ ਉੱਥੇ ਮਰਿਆਦਾ ਹੈ ਵੀ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣੀ ਪੈਂਦੀ ਹੈ, ਇੱਕਦਮ ਨਹੀਂ ਹੁੰਦਾ, ਘੰਟਾ 2 ਘੰਟੇ ਬੈਠਣਾ ਪੈਂਦਾ। ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਫਿਰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਹੁੰਦੇ ਆ, ਹੱਥ ਲਿਖਤ, ਬਹੁਤ ਛੋਟੇ ਸਾਈਜ਼ ਵਿੱਚ ਪੋਥੀ ਰੂਪ ਵਿੱਚ ਹੀ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤੇ ਉਹ ਬਿਲਾਵਲ ਰਾਗ ਤੱਕ ਲਿਖੇ ਹੋਏ ਹਨ। ਨਾਲ 2 ਫੋਟੋਆਂ ਹਨ 6ਵੇਂ ਪਾਤਸ਼ਾਹ ਜੀ ਮਹਾਰਾਜ ਦੀਆਂ, ਤੇ ਨਾਲ ਹੀ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਪਰਿਵਾਰ ਵਿੱਚੋਂ ਬਾਬਾ ਸੂਰਜਮਲ ਜੀ, ਬਾਬਾ ਹੋਰ ਜਿਹੜੇ ਸਾਹਿਬਜ਼ਾਦੇ ਹੋਏ ਨੇ, ਉਹਨਾਂ ਦੀਆਂ ਫੋਟੋਆਂ ਵੀ ਮਿਲਦੀਆਂ ਹਨ। ਹਾਂਜੀ। ਜੀਵ ਅਨਕ ਕੋ ਮੁਕਤੀ ਦੀਨ। ਮਹਾਰਾਜ ਸ਼ਿਕਾਰ ਖੇਡ ਕੇ ਬਹੁਤ ਸਾਰੇ ਜੀਵਾਂ ਨੂੰ ਮੁਕਤੀ ਦਿੱਤੀ। ਜੰਗਲ ਦੇ ਵਿੱਚ 12 ਸਿੰਘੇ ਹਿਰਨ, ਜੰਗਲੀ ਸੂਰ, ਖਰਗੋਸ਼ ਮਾਰੇ ਹਨ। ਤਰੰਗ ਪਲਾਏ ਫੰਦਾਏ ਚਲਾਏ ਸੋ। ਘੋੜੇ ਨੂੰ ਦੜਾਉਂਦੇ, ਫਦਾਉਂਦੇ, ਨਚਾਉਂਦੇ, ਕੁਦਾਉਂਦੇ ਸਤਿਗੁਰੂ ਹਿਰਦੈ ਆਨੰਦਤ ਅਧਿਕ ਪ੍ਰਬੀਨ। ਬੜੀ ਖੁਸ਼ੀ ਨਾਲ, ਬੜੀ ਪ੍ਰਸੰਨਤਾ ਨਾਲ ਵਾਪਸ ਪਰਤ ਪਏ ਨੇ। ਦਿਨ ਲਗ ਰਹਿਓ ਜਾਨ ਹਟ ਆਏ। ਹੁਣ ਹਨੇਰਾ ਪੈਣ ਲੱਗਾ ਸੀਗਾ, ਦਿਨ ਥੋੜਾ ਰਹਿ ਗਿਆ, ਰਹਿ ਰਾਸ ਦਾ ਟਾਈਮ ਹੋ ਚੱਲਿਆ। ਗੁਰੂ ਸਾਹਿਬ ਜੀ ਵਾਪਸ ਕਰਤਾਰਪੁਰ ਨੂੰ ਹਟ ਆਏ ਨੇ। ਸੰਗ ਬਾਹਨੀ ਸਗਰੀ ਲੀਨ। ਸਾਰੀ ਫੌਜ ਮਹਾਰਾਜ ਦੇ ਨਾਲ ਹੈ। ਸਿੱਖ ਜਲੰਧਰ ਤੇ ਇੱਕ ਆਇਓ। ਇਹਨੇ ਨੂੰ ਰਹਿ ਰਾਸ ਦੇ ਟਾਈਮ ਤੇ ਇੱਕ ਸਿੱਖ ਜਲੰਧਰ ਤੋਂ ਆਇਆ। ਹੱਥ ਜੋੜ ਤਿਨ ਬਿਨਤੀ ਕੀਨ। ਉਸ ਜਲੰਧਰ ਦੇ ਸਿੱਖ ਨੇ ਮਹਾਰਾਜ ਨੂੰ ਮੱਥਾ ਟੇਕਿਆ ਤੇ ਬੇਨਤੀ ਕੀਤੀ ਹੱਥ ਜੋੜ ਕੇ, ਸ਼੍ਰੀ ਪ੍ਰਭ ਮਹਾਰਾਜ ਗੁਰ ਸੁਨੀਐ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਬੇਨਤੀ ਸੁਣੋ। ਸੈਨਾ ਆਨ ਪਰੀ ਸਮੁਦਾਏ। ਮਹਾਰਾਜ ਵੈਰੀਆਂ ਦੀ ਫੌਜ ਬਹੁਤ ਆ ਕੇ ਬੈਠ ਗਈ ਹੈ। ਜਲੰਧਰ ਸ਼ਹਿਰ 'ਚ ਛਾਉਣੀ ਪੈ ਗਈ ਹੈ ਫੌਜ ਦੀ। ਨਗਰ ਜਲੰਧਰ ਕੇ ਚਹੁ ਗਿਰਦੇ। ਜਲੰਧਰ ਸ਼ਹਿਰ ਦੇ ਆਲੇ ਦੁਆਲੇ ਮਹਾਰਾਜ 70-80 ਹਜ਼ਾਰ ਫੌਜ ਤੁਰਕਾਂ ਦੀ, ਘੋੜੇ, ਹਾਥੀ, ਤੋਪਖਾਨੇ, ਬੜਾ ਅਸਲਾ ਹਥਿਆਰ ਲੈ ਕੇ ਆਈ ਹੈ ਫੌਜ। ਡਿੱਡ ਸਮਾਜ ਹਿਤ ਜੰਗ ਬਣਾਏ। ਤੇ ਲੱਗਦਾ ਵੀ ਜੰਗ ਦੀਆਂ ਤਿਆਰੀਆਂ ਕਰ ਰਹੇ ਨੇ। ਪੈਂਦ ਖਾਨ ਵੀ ਇਹ ਇਨਹੋ ਸੰਗ। ਔਰ ਸਭ ਤੋਂ ਵੱਡੀ ਗੱਲ ਹੈ ਵੀ ਤੁਹਾਡਾ ਲੂਣ ਖਾਣ ਵਾਲਾ ਨਿਮਕ ਹਰਾਮੀ ਪੈਂਦਾ ਖਾਨ ਵੀ ਉਹਨਾਂ ਦੇ ਨਾਲ ਰਲ ਗਿਆ ਹੈ। ਪੈਂਦੇ ਖਾਂ ਉਹਨਾਂ ਦੇ ਨਾਲ ਫਿਰਦਾ ਹੈ ਇਸ ਵੇਲੇ। ਕੋ ਕਹੈ ਇਹੀ ਦਲ ਲਿਆਏ। ਤੇ ਕੋਈ ਵਿਰਲੇ ਬੰਦੇ ਗੱਲ ਕਰਦੇ ਨੇ ਵੀ ਪੈਂਦੇ ਖਾਂ ਹੀ ਇਹ ਫੌਜਾਂ ਲੈ ਕੇ ਆਇਆ। ਭਾਵੇਂ ਓਪਨ ਗੱਲ ਨਹੀਂ ਹੈ, ਪਰ ਅੰਦਰ ਖਾਤੇ ਅੰਦਰਲੀ ਖਬਰ ਇਹ ਆ ਰਹੀ ਹੈ ਵੀ ਇਹ ਫੌਜ ਤੁਹਾਡੇ ਨਾਲ ਲੜਨ ਆਈ ਹੈ ਗੁਰੂ ਜੀ। ਇਹ ਫੌਜ ਪੈਂਦੇ ਖਾਂ ਸੂਬੇ ਕੋਲੋਂ ਬਾਦਸ਼ਾਹ ਸ਼ਾਹਜਹਾਨ ਕੋਲੋਂ ਲਾਹੌਰੋਂ ਲੈ ਕੇ ਆਇਆ ਹੈ। ਭੇਤ ਨਾ ਦੇਤ ਕਪਟ ਕੀ ਚਾਹਤ। ਪਰ ਮਹਾਰਾਜ ਉੱਤੋਂ ਨਹੀਂ ਦੱਸਦੇ, ਭੇਤ ਨਹੀਂ ਦਿੰਦੇ ਵੀ ਕਾਹਦੇ ਲਈ ਫੌਜ ਇਕੱਠੀ ਕੀਤੀ ਹੈ। ਮਨ ਵਿੱਚ ਕਪਟ ਕਰਨਾ ਚਾਹੁੰਦੇ ਨੇ। ਸੁਨ ਮੈਂ ਸੁਧ ਹਿਤ ਪਹੁੰਚਿਓ ਤਹਾਏ। ਮੈਂ ਮਹਾਰਾਜ ਖਬਰ ਦੇਣ ਵਾਸਤੇ ਪਹੁੰਚਿਆ ਹਾਂ ਆਪ ਜੀ ਨੂੰ। ਸੁਨ ਕਰ ਸਤਿਗੁਰ ਕਹਿਓ ਧਿਰ ਧੀਰ। ਮਹਾਰਾਜ ਕਹਿਣ ਲੱਗੇ, ਭਾਈ ਸਿੱਖਾ ਹੌਸਲਾ ਰੱਖ, ਘਬਰਾ ਨਾ, ਕੋਈ ਚਿੰਤਾ ਨਹੀਂ ਕਰਨ ਦੀ ਲੋੜ, ਕੋਈ ਡਰਨ ਦੀ ਲੋੜ ਨਹੀਂ ਹੈ। ਹਾਂਜੀ। ਚਿੰਤਾ ਕਰੋ ਨਹੀਂ ਚਿਤ ਕੋਏ। ਚਿੱਤ ਵਿੱਚ ਕੋਈ ਚਿੰਤਾ ਨਾ ਕਰੋ। ਚੜ ਆਵਹਿ ਜਮ ਸਦਨ ਸਿਧਾਵ ਹੈ। ਚੜ ਕੇ ਆਉਣਗੇ, ਉਤਰ ਕੇ ਚਲੇ ਜਾਣਗੇ, ਜਮ ਦੀ ਪੁਰੀ ਨੂੰ ਚਲੇ ਜਾਣਗੇ। ਨਹਿ ਥਿਰਤਾ ਪਾਵਹਿ ਜਗ ਸੋਏ। ਜਗਤ ਦੇ ਵਿੱਚ ਕੋਈ ਵੀ ਸੁਖੀ ਨਹੀਂ ਹੈ, ਕੋਈ ਵੀ ਸਦਾ ਰਹਿਣ ਵਾਲਾ ਨਹੀਂ ਹੈ। ਇਹ ਸੰਸਾਰ ਦੇ ਵਿੱਚ ਜਿਹੜਾ ਵੀ ਆਇਆ ਉਹਨੇ ਜਾਣਾ ਜ਼ਰੂਰ ਹੈ,
ਭਾਈ ਸਿੱਖਾ ਜਿਹਦੀ ਮੌਤ ਆਈ ਹੈ ਨਾ, ਉਹਦੀ ਆਈ ਉਹਨੂੰ ਟਾਲ ਨਹੀਂ ਸਕਦਾ। ਤੇ ਹੁਣ ਇਹਨਾਂ ਦਾ ਟਾਈਮ ਆ ਗਿਆ ਨੇੜੇ। ਇਹ ਲੜਾਈ ਕਰਨ ਨਹੀਂ ਆਏ, ਮਰਨ ਆਏ ਨੇ ਸਾਡੇ ਹੱਥੋਂ। ਸ੍ਰੀ ਗੁਰੂ ਨਾਨਕ ਭਲੀ ਕਰਹਿ ਸਭ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋ ਕੁਝ ਕਰਨਗੇ ਭਲੀ ਕਰਨਗੇ। ਉਹਨਾਂ ਦੇ ਭਾਣੇ ਵਿੱਚ ਰਹਿਣਾ ਸਾਡਾ ਫਰਜ਼ ਹੈ। ਗੁਰੂ ਨਾਨਕ ਦਾ ਹੀ ਹੁਕਮ ਚੱਲਣਾ। ਜੋ ਸਤਿਗੁਰੂ ਜੀ ਨੂੰ ਮਨਜ਼ੂਰ ਹੋਵੇਗਾ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇਵ ਜੀ ਨੂੰ, ਉਹ ਹੋ ਜਾਏਗਾ। ਇਸ ਕਰਕੇ ਡਰਨ ਦੀ ਤੇ ਚਿੰਤਾ ਕਰਨ ਦੀ ਲੋੜ ਨਹੀਂ ਸਿੱਖਾ। ਬਿਗਨ ਅਨੇਕਨ ਤਤ ਛਿਨ ਖੋਏ। ਗੁਰੂ ਮਹਾਰਾਜ ਆਪਣੇ ਸੇਵਕਾਂ ਨੂੰ ਤਤੀ ਵਾਹ ਨਹੀਂ ਲੱਗਣ ਦਿੰਦੇ। ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸਰਣਾਈ। ਚੌਗਿਰਦ ਹਮਾਰੇ ਰਾਮ ਕਾਰ ਦੁਖ ਲੱਗੈ ਨ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਰਾਮ ਨਾਮ ਔਖ ਦੀਆ ਏਕਾ ਲਿਵ ਲਾਈ। ਸਾਡੇ ਸੱਚੇ ਪਾਤਸ਼ਾਹ ਬੜੇ ਸਮਰੱਥ ਹਨ ਸ੍ਰੀ ਗੁਰੂ ਨਾਨਕ ਦੇਵ ਜੀ। ਹਾਂਜੀ, ਇਮ ਬੋਲਤ ਚਲ ਉਤਰੇ ਆਏ ਸੋ। ਇਸ ਤਰ੍ਹਾਂ ਸਤਿਗੁਰੂ ਜੀ ਵਾਪਸ ਕਰਤਾਰਪੁਰ ਆ ਗਏ। ਸਿੱਖ ਨਾਲ ਗੱਲਾਂ ਬਾਤਾਂ ਕਰਦੇ ਕਰਦੇ ਬਾਗ ਬਿਖੈ ਤਰਵਰ ਬਹੁ ਜੋਏ। ਸ੍ਰੀ ਕਰਤਾਰਪੁਰ ਇੱਕ ਬਾਗ ਲਵਾਇਆ ਸੀ, ਗੁਰੂ ਕਾ ਬਾਗ। ਉਹਦੇ 'ਚ ਬੜੇ ਸੋਹਣੇ ਦਰਖਤ ਸਨ। ਭਇਓ ਫਰਸ਼ ਬੈਠੇ ਗੁਰ ਤਿਹ ਛਿਨ। ਉੱਥੇ ਦਰੀਆਂ 'ਚ ਕਾਲੀਨ ਗਲੀਚੇ ਵਿਛ ਗਏ ਤੇ ਗੁਰੂ ਸਾਹਿਬ ਜੀ ਸ਼ਿਕਾਰ ਤੋਂ ਆ ਕੇ ਉੱਥੇ ਬਾਗ ਵਿੱਚ ਬੈਠ ਗਏ। ਸੋ ਨਕਾਸ਼ ਮੂਰਤ ਲਿਖ ਲਿਆਏ। ਉਹ ਜਿਹੜਾ ਤਸਵੀਰ ਬਣਾਉਣ ਵਾਲਾ ਸੀ, ਉਹ ਤਸਵੀਰ ਲੈ ਕੇ ਉੱਥੇ ਆ ਗਿਆ। ਵਿਧੀ ਚੰਦ ਕੋ ਕੀਨ ਦਿਖਾਵਨ। ਉਹਨੇ ਉਹ ਤਸਵੀਰ ਬਾਬਾ ਵਿਧੀ ਚੰਦ ਸਾਹਿਬ ਜੀ ਨੂੰ ਦਿਖਾਈ ਹੈ। ਦੇਖਤ ਰਹਿਓ ਹਿਰਦੈ ਹਰਿ ਖਾਏ। ਬਾਬਾ ਵਿਧੀ ਚੰਦ ਸਾਹਿਬ ਜੀ ਫੋਟੋ ਵੇਖ ਕੇ ਬਹੁਤ ਹੀ ਖੁਸ਼ ਹੋਏ। ਮਨ ਬਾਗੋ ਬਾਗ ਹੋ ਗਿਆ ਗੁਰੂ ਸਾਹਿਬ ਦੀ ਤਸਵੀਰ ਵੇਖ ਕੇ। ਤਿਨ ਤੇ ਲੈ ਗੁਰ ਅਗਰ ਧਰੀ ਜਬ। ਤੇ ਉਹਨਾਂ ਕਾਰੀਗਰਾਂ ਦੇ ਕੋਲੋਂ, ਦੋਵਾਂ ਪਿਓ ਪੁੱਤਰਾਂ ਕੋਲੋਂ ਫੋਟੋ ਲੈ ਕੇ, ਤਸਵੀਰ ਲੈ ਕੇ ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਦੇ ਅੱਗੇ ਰੱਖੀ, ਅਬ ਲੋਕਤ ਸ਼੍ਰੀ ਮੁਖ ਮੁਸਕਾਏ। ਮਹਾਰਾਜ ਉਸ ਤਸਵੀਰ ਨੂੰ ਵੇਖ ਕੇ ਬੜੇ ਪ੍ਰਸੰਨ ਮੁਸਕਰਾ ਪਏ। ਲਿਖਿਓ ਤਰੰਗ ਨਖ ਸਿਖ ਲੋ ਸੁੰਦਰ। ਕਿਉਂਕਿ ਕਾਰੀਗਰ ਨੇ ਕੋਈ ਕਸਰ ਨਹੀਂ ਸੀ ਛੱਡੀ। ਘੋੜਾ ਜਿਹੋ ਜਿਹਾ ਸੀ ਉਹੋ ਜਿਹਾ ਬਣਾਤਾ ਸੀ। ਜਿਹੋ ਜਿਹੇ ਗੁਰੂ ਸਾਹਿਬ ਦੇ ਕੱਪੜੇ ਸੀ ਉਹੋ ਜਿਹੇ ਬਣਾਤੇ ਸੀ। ਜਿਹੜੀ ਗੁਰੂ ਸਾਹਿਬ ਦੀ ਦਸਤਾਰ, ਕਲਗੀ, ਸ਼ਸਤਰ ਬਸਤਰ, ਉੱਦਾਂ ਹੀ ਤਸਵੀਰ ਜਿਹੜੀ ਸੀ ਉੱਕਰ ਦਿੱਤੀ ਸੀ। ਭਏ ਪ੍ਰਸੰਨ ਸੋ ਬਚਨ ਅਲਾਏ। ਪ੍ਰਸੰਨ ਹੋ ਕੇ ਬਾਬਾ ਵਿਧੀ ਚੰਦ ਸਾਹਿਬ ਜੀ ਨੂੰ ਛੇਵੇਂ ਪਾਤਸ਼ਾਹ ਕਹਿਣ ਲੱਗੇ, ਆਛੀ ਕਰੀ ਹਰੀ ਭਵ ਪੀਰਾ। ਕਹਿਣ ਲੱਗੇ ਬਹੁਤ ਸੋਹਣੀ ਤਸਵੀਰ ਬਣਾ ਕੇ ਲਿਆਏ ਨੇ। ਇਹਨਾਂ ਨੇ ਆਪਣਾ ਜਨਮ ਮਰਨ ਕੱਟ ਲਿਆ ਹੈ। ਜਿਸ ਤੇ ਗੁਰੂ ਕੋਲ ਕਿਰਪਾ ਕਰਕੇ ਕਹਿ ਦੇਵੇ ਨਾ ਵੀ ਤੁਹਾਡਾ ਜਨਮ ਮਰਨ ਕੱਟਿਆ ਗਿਆ, ਫਿਰ ਸਾਧ ਸੰਗਤ ਜੀ ਉਹਨਾਂ ਦਾ ਜਨਮ ਮਰਨ ਦੁਬਾਰਾ ਨਹੀਂ ਹੁੰਦਾ। ਮਹਾਰਾਜ ਕਹਿੰਦੇ ਅੱਛੀ ਤਸਵੀਰ ਬਣਾਈ ਇਹਨਾਂ ਨੇ, ਇਹਨਾਂ ਦੀ ਭਉ ਪੀੜਾ ਕੱਟੀ ਗਈ ਹੈ, ਇਹਨਾਂ ਦਾ ਜਨਮ ਮਰਨ ਕੱਟਿਆ ਗਿਆ ਹੈ। ਕਿਉਂ ਨਾ ਲਿਖੋ ਪਿਖੋ ਬੁੱਧਵਾਨ। ਮਹਾਰਾਜ ਕਹਿੰਦੇ ਬੁੱਧੀਵਾਨ ਦਿਸਦੇ ਨੇ, ਸਿਆਣੇ ਨੇ, ਕਾਰੀਗਰ ਦੋਵੇਂ ਹੀ ਤਖਾਣ। ਪਿਤਾ ਪੁੱਤ ਸੁਨ ਮੋਦ ਅਪੰਨਾ। ਜਿਵੇਂ ਪਿਓ ਪੁੱਤਰ ਨੂੰ ਮਹਾਰਾਜ ਨੇ ਕਿਹਾ ਵੀ ਤੁਹਾਡੀ ਤਸਵੀਰ ਬਣਾਈ ਹੋਈ ਸੋਹਣੀ ਹੈ, ਸਾਨੂੰ ਪਸੰਦ ਆਈ ਹੈ, ਤੁਹਾਡਾ ਜਨਮ ਮਰਨ ਕੱਟਿਆ ਗਿਆ। ਉਹ ਦੋਵੇਂ ਪਿਓ ਪੁੱਤਰ ਤਾਂ ਖੁਸ਼ੀ ਝੂਮ ਉੱਠੇ, ਬੜੇ ਹੀ ਪ੍ਰਸੰਨ ਹੋਏ। ਕਹਿੰਦੇ ਆਹਾ ਭਾਗ ਜਾਗ ਪਿਆ ਅੱਜ ਸਾਡੇ। ਅੱਜ ਦੀ ਘੜੀ ਤੋਂ ਬਲਿਹਾਰ ਜਾਈਏ, ਜਦੋਂ ਗੁਰੂ ਖੁਸ਼ ਹੋ ਗਿਆ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਹਾਂਜੀ, ਜਨਮ ਮਰਨ ਕੇ ਦੁਖ ਭਾਹਾਨ। ਜਨਮ ਮਰਨ ਦੇ ਦੁੱਖ ਦੂਰ ਹੋ ਗਏ ਹਨ। ਬਾਰ ਬਾਰ ਬੰਦਤ ਪਗ ਪੰਕਜ। ਦੋਵੇਂ ਪਿਓ ਪੁੱਤਰ ਗੁਰੂ ਮਹਾਰਾਜ ਦੇ ਛੇਵੇਂ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਦੇ ਹਨ। ਭਏ ਨਿਹਾਲ ਪ੍ਰੇਮ ਕੋਠਾਨ। ਤੇ ਦਰਸ਼ਨ ਕਰਦੇ ਤੇ ਨਿਹਾਲ ਹੁੰਦੇ, ਬਹੁਤ ਪ੍ਰੇਮ ਕਰਦੇ ਸਤਿਗੁਰੂ ਜੀ ਨੂੰ। ਸ਼੍ਰੀ ਸਤਿਗੁਰ ਅਵਲੋਕਨ ਕਰਕੇ। ਸਤਿਗੁਰੂ ਮਹਾਰਾਜ ਜੀ ਨੇ ਉਹ ਫੋਟੋਆਂ ਵੇਖ ਕੇ ਵਿਧੀ ਚੰਦ ਕੇ ਦੀਨ ਸਪਾਨ। ਬਾਬਾ ਵਿਧੀ ਚੰਦ ਨੂੰ ਹੀ ਦੇ ਦਿੱਤੀਆਂ। ਕਹਿਣ ਲੱਗੇ ਵਿਧੀ ਚੰਦ, ਇਹ ਤੁਹਾਡਾ ਮਨ ਦਾ ਸ਼ੌਂਕ ਸੀਗਾ, ਕਿਉਂਕਿ ਗੁਰੂ ਸਾਹਿਬ ਨੂੰ ਤੇ ਆਪਣੀਆਂ ਫੋਟੋਆਂ ਬਣਾਉਣ ਦਾ ਸ਼ੌਂਕ ਕੋਈ ਨਹੀਂ ਸੀ। ਪਰ ਸਿੱਖ ਬਾਬਾ ਵਿਧੀ ਚੰਦ ਜੀ ਦੀ ਭਾਵਨਾ ਜਾਣ ਕੇ ਸਤਿਗੁਰੂ ਜੀ ਨੇ ਆਗਿਆ ਦੇ ਦਿੱਤੀ ਸੀ। ਸਿੱਖ ਦੀ ਭਾਵਨਾ ਜ਼ਰੂਰ ਪੂਰੀ ਕਰ ਦਿੰਦੇ ਮਹਾਰਾਜ। ਬਾਬਾ ਵਿਧੀ ਚੰਦ ਨੂੰ ਹੀ ਉਹ ਦੋ ਫੋਟੋਆਂ ਦੇ ਦਿੱਤੀਆਂ ਹਨ। ਦੇ ਗੁਰ ਬਖਸ਼ਿਸ਼ ਨਿਜ ਸਿਰ ਪਰ ਧਰ। ਬਾਬਾ ਜੀ ਨੇ ਗੁਰੂ ਦੀ ਉਹ ਬਖਸ਼ਿਸ਼ ਜਾਣ ਕੇ ਆਪਣੇ ਸੀਸ ਤੇ ਰੱਖ ਲਈ। ਕਿੰਨਾ ਪ੍ਰੇਮ ਸੀ ਗੁਰੂ ਦੇ ਸਿੱਖਾਂ ਦੇ ਮਨ ਵਿੱਚ। ਗੁਰੂ ਸਾਹਿਬ ਦੀ ਤਸਵੀਰ ਨੂੰ ਸੀਸ ਤੇ ਰੱਖਿਆ। ਅੱਜ ਕੱਲ੍ਹ ਸਾਡੇ ਕਈ ਉਹ ਕਹਿੰਦੇ ਇਹ ਤਸਵੀਰਾਂ ਹੋਣੀਆਂ ਹੀ ਨਹੀਂ ਚਾਹੀਦੀਆਂ।
ਗੁਰੂ ਘਰਾਂ 'ਚ ਤਸਵੀਰ ਲੱਗੀ, ਚੁੱਕ ਕੇ ਬਾਹਰ ਸੁੱਟ ਆਉਂਦੇ, ਪਾੜ ਦਿੰਦੇ। ਇੱਥੋਂ ਤੱਕ ਵੀ ਸਾਧ ਸੰਗਤ ਜੀ ਹੈ ਤਾਂ ਰੂਪ ਸਿੱਖਾਂ ਵਾਲਾ, ਬੁੱਧੀ ਤੁਰਕਾਂ ਵਾਲੀ ਹੈ, ਮਲੇਸ਼ਾਂ ਵਾਲੀ ਬੁੱਧੀ ਹੈ। ਗੁਰੂ ਸਾਹਿਬ ਦੀ ਤਸਵੀਰ ਪਾੜ ਦਿੰਦੇ ਆ, ਚੁੱਕ ਕੇ ਬਾਹਰ ਸੁੱਟ ਦਿੰਦੇ ਆ, ਬੇਅਦਬੀ ਕਰਦੇ ਆ। ਆਪਣੇ ਪਿਓ ਦਾਦਿਆਂ ਦੀ ਘਰਾਂ 'ਚ ਲਾਈਆਂ ਫੁੱਲਾਂ ਦੇ ਹਾਰ ਪਾ ਕੇ। ਮੈਂ ਕਿਹਾ ਇਹਨੂੰ ਵੀ ਤੋੜੋ। ਆਪ ਫੋਟੋ ਆਪਣੀ ਕਿਉਂ ਖਿਚਾਉਂਦੇ ਹੋ? ਜੇ ਗੁਰੂ ਦੀ ਫੋਟੋ ਮਾੜੀ ਲੱਗਦੀ ਹੈ ਤੇ ਗੁਰੂ ਦੀ ਕਹਿੰਦੇ ਜੀ ਮੂਰਤੀ ਪੂਜਾ, ਤੇ ਆਪਣੀ ਮੂਰਤੀ ਕਿਉਂ ਰੱਖੀ ਹੈ? ਇਹ ਵੀ ਤਾਂ ਮੂਰਤੀ ਹੈ ਜਿਹੜੀ ਲਈ ਫਿਰਦੇ ਆ, ਸਰੀਰ ਵੀ ਤਾਂ ਮੂਰਤੀ ਹੈ। ਕਿਆ ਸਰੀਰ ਦੀ ਮੂਰਤੀ ਤੋਂ ਬਿਨਾਂ ਦੁਨੀਆ 'ਚ ਆਪਾਂ ਵਿਚਰ ਸਕਦੇ ਹਾਂ? ਤੇ ਗੁਰੂ ਦੇ ਮਹਾਰਾਜ ਦੀ ਕਹਿੰਦੇ ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਉਹ ਜਿਹੜੀ ਗੱਲ ਹੈ ਵੀ ਮੂਰਤੀ ਪੂਜਾ ਨਹੀਂ ਕਰਨੀ, ਉਹ ਕੁਝ ਹੋਰ ਗੱਲ ਹੈ। ਜਿਹੜੇ ਕੇਵਲ ਪੱਥਰਾਂ ਦੀ ਮੂਰਤੀ ਬਣਾ ਕੇ ਉੱਥੇ ਹੀ ਠਹਿਰ ਗਏ, ਅੱਗੇ ਬਿਰਤੀ ਗਈ ਨਹੀਂ, ਉਹਨਾਂ ਵਾਸਤੇ ਮਹਾਰਾਜ ਨੇ ਬਾਣੀ 'ਚ ਬਚਨ ਕਹੇ। ਅਸੀਂ ਬਾਣੀ ਪੂਰੀ ਨਾਲ ਪੜ੍ਹਦੇ ਨਹੀਂ, ਸਮਝਦੇ ਨਹੀਂ, ਤੇ ਆਪਣੇ ਮਨ ਘੜੰਤ ਖਿਆਲਾਂ ਨੂੰ ਗੁਰਬਾਣੀ 'ਤੇ ਲਾਗੂ ਕਰਕੇ ਤੇ ਆਪਣੀ ਗੁਰਮਤ ਪਿਓ ਵਾਲੀ ਬਣਾ ਲੈਂਦੇ ਹਾਂ, ਘਰ ਦੀ ਗੁਰਮਤ। ਸਾਧ ਸੰਗਤ ਜੀ, ਗੁਰਮਤ ਤਾਂ ਉਹਦੀ ਸੰਪਰਦਾਵਾਂ 'ਚ ਰਹਿ ਕੇ, ਸੇਵਾ ਕਰਕੇ, ਭਾਂਡੇ ਮਾਂਜ ਕੇ, ਮਨ ਨੀਵਾਂ ਤੇ ਮੱਤ ਉੱਚੀ, ਫਿਰ ਆਉਂਦੀ ਗੁਰੂ ਦੀ ਮੱਤ। ਆਖੋ ਸ੍ਰੀ ਵਾਹਿਗੁਰੂ। ਮਨ ਤੇ ਸਾਡਾ ਹੰਕਾਰੀ ਹੈ ਤੇ ਮੱਤ ਸਾਡੀ ਭ੍ਰਿਸ਼ਟੀ ਹੋਈ ਹੈ, ਉਲਟਾ ਕੰਮ ਹੋਇਆ ਪਿਆ। ਗੁਰਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ। ਪਰ ਅੱਜ ਕੱਲ੍ਹ ਕੀ ਹੈ? ਮੱਤ ਨੀਵੀਂ ਤੇ ਮਨ ਇਉਂ ਜਿਵੇਂ ਸਾਹਨੇ ਨੇ ਸਿਰ ਨਹੀਂ ਕਢਾਇਆ ਹੁੰਦਾ, ਸਿਰ ਝੁਕਾਉਣਾ ਹੀ ਨਹੀਂ ਕਿਸੇ ਦੇ ਅੱਗੇ। ਸੋ ਰਹਿਓ ਵਿਚਾਰ। ਬਾਬਾ ਬਿਧੀ ਚੰਦ ਨੂੰ ਤਸਵੀਰ ਛੇਵੇਂ ਪਾਤਸ਼ਾਹ ਨੇ ਆਪਣੀ ਦੇ ਦਿੱਤੀ ਹੈ ਤੇ ਬਾਬਾ ਜੀ ਨੇ ਸੀਸ 'ਤੇ ਰੱਖ ਲਈ ਹੈ। ਤੇ ਅੱਜ ਵੀ ਤਸਵੀਰ ਉਸੇ ਤਰ੍ਹਾਂ ਹੀ ਸਤਿਕਾਰ ਨਾਲ ਬਾਬਾ ਬਿਧੀ ਚੰਦ ਜੀ ਦੀ 12ਵੀਂ ਜੋਤ, 12ਵੇਂ ਜਿਹੜੇ ਬਾਬਾ ਜੀ ਹਨ, ਬਾਬਾ ਅਵਤਾਰ ਸਿੰਘ ਜੀ, ਉਹਨਾਂ ਦੇ ਕੋਲ ਜਾ ਕੇ ਦਰਸ਼ਨ ਹੁੰਦੇ। 12 ਪੀੜ੍ਹੀਆਂ ਤੋਂ ਪਈ ਹੈ। ਦਾਸ ਨੇ 2 ਵਾਰੀ ਦਰਸ਼ਨ ਕੀਤੇ ਗੁਰੂ ਸਾਹਿਬ ਦੀ ਕਿਰਪਾ ਨਾਲ। ਤੁਸੀਂ ਵੀ ਜਾ ਕੇ ਦਰਸ਼ਨ ਕਰਨੇ ਚਾਹੋ, ਬਾਬਾ ਜੀ ਘਰ ਹੁਣ ਬੇਨਤੀ ਕਰੋ। ਉਹ ਮਰਜ਼ਾਦਾ ਰੱਖਦੇ ਆ ਵੀ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਬਣਦੀਆਂ, ਤਿਆਰ ਬਰ ਤਿਆਰ ਹੋ ਕੇ ਕੇਸੀ ਇਸ਼ਨਾਨ ਕਰਕੇ ਫਿਰ ਗੁਰੂ ਮਹਾਰਾਜ ਦੇ, ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ ਦੇ, ਜੋ ਬਾਬਾ ਬਿਧੀ ਚੰਦ ਜੀ ਨੇ ਆਪਣੇ ਹੱਥ ਨਾਲ ਲਿਖਿਆ, ਉਹਦਾ ਪ੍ਰਕਾਸ਼ ਹੁੰਦਾ, ਹੁਕਮਨਾਮਾ ਹੁੰਦਾ। ਤੇ ਨਾਲ ਹੀ ਮਹਾਰਾਜ ਦੀ ਤਸਵੀਰ ਦੇ ਵੀ ਦਰਸ਼ਨ ਹੁੰਦੇ ਤੇ ਮਹਾਰਾਜ ਦੀਆਂ ਬਖਸ਼ੀਆਂ ਤਲਵਾਰਾਂ, ਤੇਗਾਂ ਜੋ ਛੇਵੇਂ ਪਾਤਸ਼ਾਹ ਜੀ ਨੂੰ ਛੇਵੇਂ ਪਾਤਸ਼ਾਹ ਨੇ ਬਾਬਾ ਬਿਧੀ ਚੰਦ ਜੀ ਨੂੰ ਬਖਸ਼ੀ, ਜਿਹੜੀ ਬਾਬਾ ਲਾਲ ਚੰਦ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੀ, ਉਹ ਸਾਰੇ ਸ਼ਸਤਰਾਂ ਦੇ ਵੀ ਦਰਸ਼ਨ ਹੁੰਦੇ ਆ। ਹਾਂਜੀ। ਅਦਬ ਸਾਥ ਟਿਗ ਰੱਖਨ ਕੀਨ। ਤੇ ਬਾਬਾ ਬਿਧੀ ਚੰਦ ਜੀ ਨੇ ਗੁਰੂ ਸਾਹਿਬ ਦੀ ਫੋਟੋ ਬੜੇ ਅਦਬ ਨਾਲ ਆਪਣੇ ਕੋਲ ਰੱਖ ਲਈ। ਅਬਲੋ ਤਿਸ ਕੀ ਕੁਲ ਜੋ ਉਪਜੈ। ਆਹ ਦੇਖੋ, ਕਵੀ ਸੰਤੋਖ ਸਿੰਘ ਜੀ 200 ਸਾਲ ਪਹਿਲਾਂ ਲਿਖ ਰਹੇ ਨੇ, 400 ਸਾਲ ਪੁਰਾਣੀ ਗੱਲ ਹੈ। ਤੇ ਅੱਜ ਵੀ ਦਾਸ ਨੇ ਦਰਸ਼ਨ ਕੀਤੇ। ਭਾਈ ਸਾਹਿਬ ਕਹਿੰਦੇ ਅਬ ਲੋ ਤਿਸ ਕੀ ਕੁਲ ਜੋ ਉਪਜੈ। ਬਿਧੀ ਚੰਦ ਦੇ ਪਰਿਵਾਰ ਵਿੱਚ ਜਿਹੜਾ ਵੀ ਕੋਈ ਪੈਦਾ ਹੁੰਦਾ ਹੈ, ਤਿਨਕੇ ਢਿਗ ਸੁੰਦਰ ਸੋਚੀਨ। ਉਹ ਫੋਟੋ ਸੋਹਣੀ ਉਹਨਾਂ ਕੋਲ ਸਾਂਭ ਕੇ ਰੱਖੀ ਹੋਈ, ਬੜੇ ਅਦਬ ਨਾਲ ਰੱਖੀ ਹੋਈ, ਕਿਉਂਕਿ ਸੰਭਾਲਣੀ ਜ਼ਰੂਰੀ ਹੈ ਨਾ, ਪੁਰਾਣੀ ਚੀਜ਼ ਹੈ। ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਾ ਸਰੂਪ ਦੇਖ ਕੇ ਹੀ ਬਾਗੋ ਬਾਗ ਹੋ ਜਾਂਦੇ। ਅੱਜ ਕੱਲ੍ਹ ਕਈ ਕਥਾ 'ਚ ਸੁਣ ਕੇ ਘਬਰਾ ਜਾਂਦੇ, ਗੁਰੂ ਸਾਹਿਬ ਨੂੰ ਐਡਾ ਭਾਰੀ ਕਿਉਂ ਦੱਸਿਆ, ਐਡੇ ਜਵਾਨ ਸੀਗੇ ਉਹ। ਉਸ ਫੋਟੋ 'ਚ ਵੀ ਦੇਖ ਲਓ, ਆਹ ਦਰਵਾਜ਼ੇ 'ਚੋਂ ਮਹਾਰਾਜ ਨਹੀਂ ਨਿਕਲ ਸਕਦੇ, ਇੰਨੀ ਚੌੜੀ ਛਾਤੀ ਸਤਿਗੁਰਾਂ ਦੀ, ਤੇ 7 ਫੁੱਟ ਉੱਚਾ ਲੰਮਾ ਕੱਦ। ਜਦੋਂ ਤਲਵਾਰ ਮਾਰਦੇ ਸੀ ਨਾ, ਉੱਤੋਂ ਸਣੇ ਜਵਾਨ ਨੂੰ ਚੀਰ ਕੇ, ਘੋੜੇ ਨੂੰ ਚੀਰ ਕੇ ਲੰਘ ਜਾਂਦੀ ਸੀ। ਐਡੇ ਬਲੀ ਸਨ ਮਹਾਂਬਲੀ। ਐਵੇਂ ਭਾਈ ਗੁਰਦਾਸ ਨੇ ਥੋੜ੍ਹਾ ਲਿਖਤਾ, ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ। ਸੋ ਉਹਨਾਂ ਦੀ ਇਹ ਤਸਵੀਰ ਬਾਬਾ ਬਿਧੀ ਚੰਦ ਜੀ ਨੂੰ ਮਿਲੀ, ਉਹਨਾਂ ਦੇ ਪਰਿਵਾਰ ਕੋਲ ਹੁਣ ਵੀ ਹੈ। ਹਾਂਜੀ। ਦਰਸ਼ਨ ਕਰ ਮਨ ਬਾਂਛਤ ਪਾਵ ਹੈ। ਜਿਹੜਾ ਉਸ ਤਸਵੀਰ ਦੇ ਦਰਸ਼ਨ ਕਰ ਲੈਂਦਾ, ਮੀਰੀ ਪੀਰੀ ਦੇ ਮਾਲਕ ਦੇ ਪ੍ਰਤੱਖ ਦਰਸ਼ਨਾਂ ਦਾ ਫਲ ਮਿਲਦਾ। ਤੇ ਸਾਧ ਸੰਗਤ ਜੀ, ਮਨ ਦੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ। ਆਕ੍ਰਿਤ ਜਾਨੀ ਜਾਏ ਪ੍ਰਬੀਨ। ਤੇ ਸਤਿਗੁਰਾਂ ਦੇ ਸਰੂਪ ਦਾ ਪਤਾ ਲੱਗਦਾ ਵੀ ਇਦਾਂ ਦੇ ਸੀ ਮਹਾਰਾਜ ਛੇਵੇਂ ਪਾਤਸ਼ਾਹ। ਹਾਂਜੀ। ਦੈਬੇ ਲਗਿਓ ਬਿਤੇਰਨ ਕੋ ਧਨ। ਸਾਧ ਸੰਗਤ ਜੀ, ਜਦੋਂ ਚਤੇਰਿਆਂ ਨੇ, ਤਸਵੀਰ ਬਣਾਉਣ ਵਾਲਿਆਂ ਨੇ ਤਸਵੀਰ ਬਣਾ ਦਿੱਤੀ ਤੇ ਬਾਬਾ ਬਿਧੀ ਚੰਦ ਜੀ ਉਹਨਾਂ ਨੂੰ ਮਾਇਆ ਦੇਣ ਲੱਗੇ, ਕਿਉਂਕਿ ਉਹਨਾਂ ਦਾ ਤਾਂ ਰੁਜ਼ਗਾਰ ਹੈ, ਵਿਚਾਰੇ ਇੱਥੋਂ ਹੀ ਰੋਟੀ ਖਾਂਦੇ। ਜਦੋਂ ਬਾਬਾ ਬਿਧੀ ਚੰਦ ਜੀ ਉਹਨਾਂ ਨੂੰ ਖੁੱਲੇ ਗੱਫੇ ਮਾਇਆ ਦੇ ਦੇਣ ਲੱਗੇ, ਭਏ ਦੀਨ ਮਨ ਤਿਨ ਹੋ ਨਾ ਲੀਨ। ਤੇ ਉਹ ਅੱਗੋਂ ਨਿਮਾਣੇ ਹੱਥ ਜੋੜ ਕੇ ਕਹਿਣ ਲੱਗੇ, ਗਰੀਬ ਨਵਾਜ,
ਇਹ ਸਾਡੇ ਤੇ ਕਿਰਪਾ ਕਰੋ ਵੀ ਸਾਨੂੰ ਸਿੱਖੀ ਦੀ ਦਾਤ ਬਖਸ਼ੋ, ਸਾਨੂੰ ਮਾਇਆ ਨਾ ਦਿਓ। ਹਾਂਜੀ। ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਸੋ ਸਾਧ ਸੰਗਤ ਜੀ, ਉਹਨਾਂ ਸਿੱਖਾਂ ਤੇ ਵੀ ਕਿਰਪਾ ਕੀਤੀ ਛੇਵੇਂ ਪਾਤਸ਼ਾਹ ਨੇ, ਜਿਨ੍ਹਾਂ ਨੇ ਫੋਟੋ ਬਣਾਈ ਸਤਿਗੁਰਾਂ ਦੀ। ਧੀਰਜ ਸਹਿਤ ਬਿਲਾਂਦੋ ਬੜੀ ਧੀਰਜ ਦੇ ਨਾਲ ਕਿਰਤ ਬਿਲਾਸ ਅਨੇਕ ਬਿਦ ਅਨੇਕਾਂ ਪ੍ਰਕਾਰ ਦੇ ਕੌਤਕ ਕਰ ਰਹੇ ਨੇ, ਸੰਕਟ ਦਾਸ ਨਿਕੰਦ ਆਪਣੇ ਸੇਵਕਾਂ ਦੇ ਦੁੱਖ ਦੂਰ ਕਰ ਰਹੇ ਨੇ। ਉਠੇ ਬਾਗ ਤੇ ਸਤਿਗੁਰੂ ਬਾਗ ਚੋਂ ਉੱਠੇ ਨੇ ਮਹਾਰਾਜ ਛੇਵੇਂ ਪਾਤਸ਼ਾਹ, ਪਹੁੰਚੇ ਮੰਦਿਰ ਜਾਏ ਆਪਣੇ ਸੁੰਦਰ ਮੰਦਰ ਜਾ ਪਹੁੰਚੇ ਨੇ। ਖਾਨ ਪਾਨ ਕਰ ਜਥਾ ਰੁਚ ਲੰਗਰ ਪ੍ਰਸ਼ਾਦਾ ਛਕ ਕੇ ਸੁਬਤ ਭਏ ਸੁਖ ਪਾਏ ਸੁਖ ਨਾਲ ਆਰਾਮ ਕੀਤਾ ਹੈ। ਅੱਗੇ ਹੁਣ ਜੰਗ ਦੀ ਕਥਾ ਸ਼ੁਰੂ ਹੋਣੀ ਹੈ। ਪਹਿਲਾਂ ਖੋਜਾ ਅਨਵਰ ਖਾਂ ਦੂਤ ਬਣ ਕੇ ਆਏਗਾ, ਗੁਰੂ ਸਾਹਿਬ ਦੇ ਨਾਲ ਸ਼ਤਰੰਜ ਦੀ ਚੌਪੜ ਦੀ ਬਾਜੀ ਖੇਡੇਗਾ ਤੇ ਫਿਰ ਹਾਰ ਜਾਏਗਾ। ਫਿਰ ਗੁਰੂ ਸਾਹਿਬ ਤੋਂ ਇਹ ਜੁੱਤੀਆਂ ਖਾ ਕੇ ਜਾਏਗਾ। ਉਹ ਕਥਾ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆ।